डंडौत बंदन अनक बार, सर्व कला समरथ। डोलन ते राखो प्रभु, नानक दे कर हथ। डोलन ते राखो प्रभु, नानक दे कर हथ। हे प्राणनाथ गोबिंदे, कृपा निधान जगत गुरु। हे संसारी ताप हरणे, करुणा में सब दुख हरो। हे शरण जोग दयाले, दीनानाथ मया करो। शरीर स्वस्थ खेण समय, सिमरंत नानक राम दामोदर माधवे। लेखे कते ना छूटिए, खिन खिन पूलन हार। बख्शण हार बख्श लै, नानक पार उतार। जेता समुंद सागर नीर भरिया, तेते अवगुण हमारे। दया करो किछ मेहर पाओ, डूबदे पत्थर तारे। सतनाम श्री वाहेगुरु जी। राग सोरठ बाणी भगत नाम दे जी की। घर दूजा एक ओंकार, सतगुर प्रसाद। जब देखा तब गावा, तो जन धीरज पावा। जब देखा तब गावा, तो जन धीरज पावा। नाद समाय लो रे, सतगुर भेट ले देवा। रहाओ जह चिलमिल कार दिसंता, तह अनहद शब्द बजंता। ज्योति ज्योत समानी, मैं गुर प्रसादी जानी। रतन कमल कोठरी, चमकार बिजल तही। नेरा नाही दूर, निज आत्मा रहया भरपूर।
जह अनहत सूर उजियारा तह दीपक जला संसारा गुर प्रसादी जानिया जन नामा सहज समानिया गुर प्रसादी जानिया जन नामा सहज समानिया। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਪਿਆਰੀ ਸਤ ਸੰਗਤ ਜੀਓ, ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪਾਵਨ ਚਰਨਾਂ ਵਿੱਚ ਬੈਠ ਕੇ ਸਤ ਸੰਗਤ ਕਰਕੇ ਜੀਵਨ ਦੀਆਂ ਘੜੀਆਂ ਨੂੰ ਸਫਲ ਕਰ ਰਹੇ ਹੋ। ਆਓ ਕੁਝ ਸਮਾਂ ਆਪਾਂ ਸ਼ਬਦ ਵਿਚਾਰ ਦੇ ਨਾਲ ਜੁੜ ਸਕੀਏ, ਜੋ ਲੜੀਵਾਰ ਕਥਾ ਇਸ ਪਾਵਨ ਸਥਾਨ 'ਤੇ ਚੱਲ ਰਹੀ ਹੈ। ਅੱਜ ਦਾ ਜੋ ਸ਼ਬਦ ਸਤਿਗੁਰਾਂ ਨੇ ਸਾਡੀ ਝੋਲੀ ਵਿੱਚ ਪਾਇਆ ਹੈ, ਉਸ ਦੀ ਵਿਚਾਰ ਤੁਛ ਬੁੱਧੀ ਅਨੁਸਾਰ ਆਪ ਜੀ ਦੇ ਸਨਮੁਖ ਰੱਖ ਸਕਾਂ, ਉਸ ਤੋਂ ਪਹਿਲੇ ਇੱਕ ਵਾਰੀ ਪਿਆਰ ਨਾਲ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਜੀ। ਸਤਿਨਾਮ ਸ੍ਰੀ ਵਾਹਿਗੁਰੂ ਜੀ। ਰਾਗ ਸੋਰਠ ਬਾਣੀ ਭਗਤ ਨਾਮ ਦੇ ਜੀ ਕੀ। ਸੋਰਠ ਰਾਗ ਦੇ ਅੰਦਰ ਅੱਜ ਦਾ ਜੋ ਇਹ ਪਾਵਨ ਸ਼ਬਦ ਹੈ, ਭਗਤ ਨਾਮਦੇਵ ਜੀ ਦੀ ਪਾਵਨ ਰਸਨਾ ਦੇ ਉੱਪਰੋਂ ਪਰਿਪੂਰਨ ਪਰਮਾਤਮਾ ਨੇ ਪ੍ਰਗਟ ਕੀਤਾ ਹੈ। ਰਾਗ ਸੋਰਠ ਸੌਰਾਸ਼ਟਰ ਦਾ ਰਾਗ ਹੈ। ਇਹਦੇ ਅੱਗੇ ਘਰ ਵੀ ਲਿਖਿਆ ਹੋਇਆ, ਘਰ ਦੂਜਾ। ਸੰਗੀਤ ਦੇ ਲਿਹਾਜ਼ ਦੇ ਨਾਲ ਇਸ ਪਾਵਨ ਸ਼ਬਦ ਨੂੰ ਦੂਸਰੇ ਘਰ ਦੇ ਵਿੱਚ ਗਾਇਨ ਕਰਨ ਦੀ ਹਿਦਾਇਤ ਦਿੱਤੀ ਹੈ। ਪਰ ਇਹ ਦੂਸਰਾ ਘਰ ਕੀ ਹੈ, ਇਹ ਅਜੇ ਵੀ ਸਾਡੇ ਵਾਸਤੇ ਇੱਕ ਸਵਾਲ ਬਣਿਆ ਹੋਇਆ ਹੈ। ਹਾਲਾਂਕਿ ਇਹ ਕਥਾ ਵਾਚਕਾਂ ਦਾ ਵਿਸ਼ਾ ਨਹੀਂ ਹੈ, ਇਹ ਸੰਗੀਤ ਦਾ ਸਬਜੈਕਟ ਹੈ। ਸੰਗੀਤਕਾਰਾਂ ਨੂੰ ਇਸ ਦਾ ਪਤਾ ਹੋਣਾ ਚਾਹੀਦਾ ਹੈ। ਪਰ ਮੈਂ ਬੜੇ ਵੱਡੇ ਰਾਗੀਆਂ ਨੂੰ ਵੀ ਪੁੱਛ ਕੇ ਦੇਖ ਲਿਆ, ਘਰ ਕੀ ਹੈ, ਦੂਜਾ ਕੀ ਹੈ, ਤੀਜਾ ਕੀ ਹੈ, ਚੌਥਾ ਕੀ ਹੈ। 17 ਘਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਮਿਲਦੇ ਨੇ, ਪਰ ਇਹਦਾ ਅਰਥ ਕੀ ਹੈ, ਮਤਲਬ ਕੀ ਹੈ। ਵੱਡੇ ਸੰਗੀਤਕਾਰਾਂ ਨੂੰ ਵੀ ਇਸ ਦਾ ਨਹੀਂ ਪਤਾ ਹੈ। ਜੇ ਕਿਸੇ ਨੂੰ ਪਤਾ ਹੋਵੇ ਤੁਹਾਡੇ ਵਿੱਚੋਂ, ਕਿਉਂਕਿ ਸੰਗਤ ਵਿੱਚ ਬੜੇ ਵਿਦਵਾਨ ਬੈਠੇ ਹੁੰਦੇ ਨੇ, ਅਗਰ ਕਿਸੇ ਨੂੰ ਪਤਾ ਹੋਵੇ ਜ਼ਰੂਰ ਮੈਨੂੰ ਵੀ ਦੱਸਿਓ। ਸਾਨੂੰ ਸਿਰਫ ਇਤਨਾ ਕਹਿ ਕੇ ਤੇ ਆਪਣੀ ਸਮਝੋ ਵੀ ਜਾਨ ਛੁਡਾਣੀ ਪੈਂਦੀ ਹੈ। ਦੂਸਰੇ ਘਰ ਦੇ ਵਿੱਚ ਗਾਇਨ ਕਰਨ ਦੀ ਹਿਦਾਇਤ ਕੀਤੀ ਹੈ, ਬਸ ਇਤਨਾ ਕਹਿਣਾ ਪੈਂਦਾ ਹੈ। ਅੱਗੇ ਆਪ ਸਰਵਨ ਕਰੋ ਜੀ। ਹਾਂਜੀ, ਅੱਗੇ। ਘਰ ਦੂਜਾ ਇਕ ਓੰਕਾਰ ਸਤਿਗੁਰ ਪ੍ਰਸਾਦ। ਜਿੱਥੇ ਕਿਧਰੇ ਵੀ ਨਵੇਂ ਰਾਗ ਦੀ ਆਰੰਭਤਾ ਹੁੰਦੀ ਹੈ, ਜਾਂ ਇੰਜ ਕਹਿ ਲਵੋ ਕਿ ਜਿੱਥੇ ਕਿਧਰੇ ਵੀ ਸ਼ਬਦ ਬਦਲਦਾ ਹੈ, ਜਾਂ ਭਗਤਾਂ ਦੀ ਬਾਣੀ ਆਰੰਭ ਹੁੰਦੀ ਹੈ, ਕੋਈ ਸਬਜੈਕਟ ਬਦਲਦਾ ਹੈ, ਵਿਸ਼ਾ ਬਦਲਦਾ ਹੈ, ਜੈਸੇ ਹੀ ਕਿਧਰੇ ਕੋਈ ਰਾਗ ਬਦਲੇ ਜਾਂ ਮਹਿਲ ਬਦਲੇ, ਗੁਰੂਆਂ ਦੀ ਬਾਣੀ ਬਦਲੇ, ਇਸ ਤਰ੍ਹਾਂ ਬਦਲਣ ਦੇ ਨਾਲ ਮਹਾਰਾਜ ਸੱਚੇ ਪਾਤਸ਼ਾਹ ਜੀ ਸਭ ਤੋਂ ਪਹਿਲੇ ਉੱਪਰ ਮੰਗਲਾ ਚਰਨ ਦਰਜ ਕਰਦੇ ਹਨ। ਮੰਗਲਾ ਚਰਨ ਤੋਂ ਮੁਰਾਦ ਇਹੀ ਹੈ ਕਿ ਮੈਂ ਜੋ ਕੰਮ ਕਰਨ ਲੱਗਾ ਹਾਂ, ਇਸ ਕੰਮ ਦੇ ਵਿੱਚ ਮੇਰਾ ਮੰਗਲ ਹੋਵੇ, ਚੰਗਾ ਹੋਵੇ।
ਆਰਾਧਨਾ ਕਿਸ ਦੀ ਕਰਨੀ ਹੈ? ਅਕਾਲ ਪੁਰਖ ਵਾਹਿਗੁਰੂ ਦੀ। ਦੇਖੋ, ਅਸੀਂ ਵੀ ਕੋਈ ਕੰਮ ਆਰੰਭ ਕਰਨਾ ਹੋਵੇ, ਪਹਿਲੇ ਗੁਰੂ ਚਰਨਾਂ ਦੇ ਵਿੱਚ ਅਰਦਾਸ ਕਰਦੇ ਹਾਂ। ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੇ ਵਿੱਚ ਜਿੱਥੇ ਵੀ ਵਿਸ਼ਾ ਬਦਲਦਾ ਹੈ, ਭਗਤਾਂ ਦੀ ਬਾਣੀ ਬਦਲਦੀ ਹੈ। ਜਿਵੇਂ ਕੱਲ੍ਹ ਦਾ ਸ਼ਬਦ ਭਗਤ ਕਬੀਰ ਸਾਹਿਬ ਜੀ ਦਾ ਸੀ, ਅੱਜ ਦਾ ਸ਼ਬਦ ਭਗਤ ਨਾਮਦੇਵ ਜੀ ਦਾ ਹੈ। ਰਾਗ ਬਦਲਦਾ, ਗੁਰੂ ਬਦਲਦੇ ਨੇ, ਭਗਤ ਬਦਲਦੇ ਨੇ, ਸਬਜੈਕਟ ਬਦਲਦਾ, ਉੱਥੇ ਮਹਾਰਾਜ ਉੱਪਰ ਮੰਗਲਾ ਚਰਨ ਲਿਖਦੇ ਹਨ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਆਰੰਭਤਾ ਦੇ ਵਿੱਚ ਜੋ ਤੁਸੀਂ ਪੜ੍ਹਦੇ ਹੋ, ਇੱਕ ਓੰਕਾਰ ਸਤਿਨਾਮ, ਜਿਹਨੂੰ ਅਸੀਂ ਮੂਲ ਮੰਤਰ ਕਹਿ ਦਿੰਦੇ ਹਾਂ, ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਮੰਗਲਾ ਚਰਨ ਹੈ। ਜਪਜੀ ਸਾਹਿਬ ਦੀ ਉਚਾਰਨ ਤੋਂ ਪਹਿਲੇ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਮੰਗਲਾ ਚਰਨ ਕੀਤਾ ਹੈ। ਇੱਕ ਓਂਕਾਰ ਤੋਂ ਲੈ ਕੇ ਆਪਾਂ ਕੋਈ ਗੁਰਪ੍ਰਸਾਦ ਤੱਕ ਪੜ੍ਹਦਾ, ਕੋਈ ਨਾਨਕ ਹੋਸੀ ਵੀ ਸੱਚ ਤੱਕ ਪੜ੍ਹਦੇ ਨੇ। ਇਹ ਮੰਗਲਾ ਚਰਨ ਹੈ। ਕਿਸ ਦਾ? ਅਕਾਲ ਪੁਰਖ ਵਾਹਿਗੁਰੂ ਦਾ ਮੰਗਲਾ ਚਰਨ ਹੈ। ਇੱਕ ਓਂਕਾਰ, ਪਰਮਾਤਮਾ ਇੱਕ ਹੈ, ਦੂਸਰਾ ਕੋਈ ਨਹੀਂ ਹੈ। ਮੈਂ ਕੱਲ੍ਹ ਵੀ ਅਰਜ਼ ਕੀਤੀ ਸੀ ਕਿ ਦੁਨੀਆ ਦੇ ਸਾਰੇ ਗ੍ਰੰਥ ਸਤਿਕਾਰਯੋਗ ਨੇ। ਅਸੀਂ ਕਿਸੇ ਗ੍ਰੰਥ ਦੀ ਨਿੰਦਾ ਨਹੀਂ ਕਰਦੇ ਹਾਂ ਅਸੀਂ, ਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਜੋ ਵਾਧਾ ਹੈ, ਕਿਸੇ ਵੀ ਧਾਰਮਿਕ ਗ੍ਰੰਥ ਦੀ ਆਰੰਭਤਾ ਇੱਕ ਤੋਂ ਨਹੀਂ ਹੁੰਦੀ ਹੈ। ਕਿਸੇ ਵੀ ਗ੍ਰੰਥ ਦੀ ਕੇਵਲ ਤੇ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਇਸ ਵਾਹਿਦ ਦੁਨੀਆ ਦੇ ਅੰਦਰ ਐਸੇ ਗ੍ਰੰਥ ਨੇ ਜਿਨ੍ਹਾਂ ਦੀ ਆਰੰਭਤਾ ਇੱਕ ਤੋਂ ਹੁੰਦੀ ਹੈ। ਇੱਕ ਓੰਕਾਰ, ਪਰਮਾਤਮਾ ਇੱਕ ਹੈ, ਦੂਸਰਾ ਕੋਈ ਨਹੀਂ ਹੈ। ਕਰਤਾਰਪੁਰ ਸਾਹਿਬ ਦੇ ਮੈਂ ਦਰਸ਼ਨ ਕਰਕੇ ਆਇਆ, ਜਿੱਥੇ ਮਹਾਰਾਜ ਨੇ ਪਾਵਨ ਸ਼ਬਦ ਉਚਾਰਨ ਕੀਤਾ ਨਾ, ਇੱਕ ਓੰਕਾਰ, ਪਰਮਾਤਮਾ ਇੱਕ ਹੈ। ਸਤਿਗੁਰ ਸੱਚੇ ਪਾਤਸ਼ਾਹ ਜੀ ਮੋਦੀਖਾਨਾ ਚਲਾਉਂਦਿਆਂ ਚਲਾਉਂਦਿਆਂ ਇੱਕ ਦਿਨ ਅਚਾਨਕ ਵੇਈ ਨਦੀ ਦੇ ਵਿੱਚ ਪ੍ਰਵੇਸ਼ ਕਰਦੇ ਨੇ ਤੇ ਫਿਰ ਮਹਾਰਾਜ ਬਾਹਰ ਨਹੀਂ ਨਿਕਲਦੇ ਨੇ। 3 ਦਿਨ ਤੱਕ ਸੱਚੇ ਪਾਤਸ਼ਾਹ ਜੀ ਉਸ ਨਦੀ ਦੇ ਵਿੱਚੋਂ ਕਿੱਥੇ ਗਏ ਨੇ, ਕੀ ਕੀਤਾ ਉਹਨਾਂ ਨੇ, ਕਿਸੇ ਨੂੰ ਕੁਝ ਨਹੀਂ ਪਤਾ ਹੈ। ਔਰ ਤੁਹਾਡੀ ਜਾਣਕਾਰੀ ਵਾਸਤੇ ਮੈਂ ਅਰਜ਼ ਕਰਦਿਆਂ ਕਿ ਸਿੱਖ ਇਤਿਹਾਸ ਦੇ ਵਿੱਚ 5 ਘਟਨਾਵਾਂ ਐਸੀਆਂ ਨੇ ਜਿਨ੍ਹਾਂ ਬਾਰੇ ਅਸੀਂ ਕੁਝ ਨਹੀਂ ਜਾਣਦੇ ਹਾਂ। 5 ਘਟਨਾਵਾਂ, ਪਰ ਮੈਂ ਸਾਰੀਆਂ ਨਹੀਂ ਕਹਿ ਸਕਾਂਗਾ ਕਿਉਂਕਿ ਸਮਾਂ ਲੱਗ ਜਾਏਗਾ। ਪਹਿਲੀ ਘਟਨਾ ਵਾਪਰਦੀ ਹੈ, ਗੁਰੂ ਨਾਨਕ ਸੱਚੇ ਪਾਤਸ਼ਾਹ ਵੇਈ ਨਦੀ 'ਚ ਪ੍ਰਵੇਸ਼ ਕਰਦੇ ਨੇ, 3 ਦਿਨ ਬਾਅਦ ਪ੍ਰਗਟ ਹੁੰਦੇ ਨੇ। ਸੰਤ ਘਾਟ ਗੁਰਦੁਆਰਾ ਬਣਿਆ ਹੋਇਆ, 3 ਕਿਲੋਮੀਟਰ ਮਹਾਰਾਜ ਜਿੱਥੇ ਇਸ਼ਨਾਨ ਕਰਦੇ ਸਨ, ਉਸ ਪਾਵਨ ਸਥਾਨ ਤੋਂ 3 ਕਿਲੋਮੀਟਰ ਦੂਰ ਸਤਿਗੁਰੂ ਜੀ ਪ੍ਰਗਟ ਹੁੰਦੇ ਨੇ। ਹੁਣ ਕੀ ਹੋਇਆ, ਕਿੱਥੇ ਗਏ, 3 ਦਿਨ ਕਿੱਥੇ ਰਹੇ ਨੇ, ਕੋਈ ਨਹੀਂ ਜਾਣਦਾ ਹੈ। ਅੱਜ ਕੱਲ੍ਹ ਦੇ ਹੁਣ ਦੁਨਿਆਵੀ ਪੜ੍ਹਾਈਆਂ ਪੜ੍ਹਨ ਵਾਲੇ ਇਸ ਗੱਲ ਨੂੰ ਨਹੀਂ ਮੰਨਦੇ ਹਨ, ਪਰ ਮਸਕੀਨ ਸਾਹਿਬ ਕਿਹਾ ਕਰਦੇ ਸਨ ਕਿ ਜਿੱਥੇ ਸੰਸਾਰ ਦਾ ਗਿਆਨ ਖਤਮ ਹੋ ਜਾਂਦਾ ਹੈ ਨਾ, ਧਰਮ ਦਾ ਗਿਆਨ ਉੱਥੋਂ ਆਰੰਭ ਹੋਇਆ ਕਰਦਾ ਹੈ। ਇਹ ਆਮ ਮਨੁੱਖ ਦੇ ਸਮਝਣ ਦੀ ਗੱਲ ਹੀ ਨਹੀਂ ਹੈ। ਸਤਿਗੁਰੂ ਜੀ ਜਦੋਂ ਪ੍ਰਗਟ ਹੁੰਦੇ ਨੇ ਤੇ ਉਹਨਾਂ ਦੀ ਰਸਨਾ ਦੇ ਵਿੱਚੋਂ ਇੱਕ ਸ਼ਬਦ ਨਿਕਲਦਾ ਹੈ, ਜਿਸ ਨੂੰ ਕਿਹਾ ਜਾਂਦਾ ਹੈ ਕਿ ਇਹ ਸਿੱਖ ਇਤਿਹਾਸ ਦਾ ਪਹਿਲਾ ਬ੍ਰਹਮ ਵਾਕ ਹੈ। ਬ੍ਰਹਮ ਦਾ ਮਤਲਬ ਪਰਮਾਤਮਾ। ਇਹ ਪਹਿਲਾ ਪਰਮਾਤਮਾ ਦਾ ਵਾਕ ਕਹਿੰਦੇ ਨੇ ਸ਼ਬਦ ਨੂੰ। ਉਹ ਸ਼ਬਦ ਕੀ ਸੀ? ਇੱਕ ਓੰਕਾਰ। ਦੁਨੀਆ ਦੇ ਵਿੱਚ ਉਸ ਪਰਮਾਤਮਾ ਦੇ ਅਨੇਕਾਂ ਹੀ ਨਾਮ ਲਏ ਜਾਂਦੇ ਸਨ। ਜਿਵੇਂ ਸਨਾਤਨ ਮਤ ਹੈ, ਕੋਈ ਓਮ ਕਹਿੰਦਾ ਸੀ, ਕੋਈ ਓਨਮ ਕਹਿੰਦਾ ਸੀ, ਕੋਈ ਸੋਨਮ ਕਹਿੰਦਾ ਸੀ, ਕਈ ਤਰ੍ਹਾਂ ਦੇ ਹੋਰ ਵੀ ਨਾਮ ਲਏ ਜਾਂਦੇ ਸਨ ਔਰ ਵੱਖਰਾ ਵੱਖਰਾ ਕਰਕੇ ਪਰਮਾਤਮਾ ਨੂੰ ਦਰਸਾਇਆ ਜਾਂਦਾ ਸੀ। ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਆਖਿਆ, ਨਹੀਂ,
ਤੁਸੀਂ ਬਹੁਤ ਭੁਲੇਖੇ ਦੇ ਵਿੱਚ ਹੋ। ਉਹ ਪਰਮਾਤਮਾ ਭਾਵੇਂ ਓਮ ਹੈ, ਓਨਮ ਹੈ, ਸੋਨਮ ਹੈ, ਰਹੀਮ ਹੈ, ਕਰੀਮ ਹੈ, ਜੋ ਵੀ ਹੈ ਉਹ ਪਰਮਾਤਮਾ ਉਹ ਇੱਕ ਹੈ, ਇੱਕ ਓੰਕਾਰ, ਦੂਸਰਾ ਕੋਈ ਨਹੀਂ ਹੈ। ਔਰ ਸਤਿਗੁਰਾਂ ਨੇ ਪ੍ਰਗਟ ਵੀ ਕੀਤਾ ਹੈ, ਆਪੇ ਪੱਟੀ ਕਲਮ ਆਪ, ਉੱਪਰ ਲੇਖ ਵੀ ਤੂੰ, ਏਕੋ ਕਹੀਏ ਨਾਨਕਾ ਦੂਜਾ ਕਾਹੇ ਕੋ। ਦੂਸਰਾ ਤਾਂ ਕੋਈ ਹੈ ਹੀ ਨਹੀਂ ਹੈ। ਮਹਾਰਾਜ ਬਾਣੀ ਵਿੱਚ ਬਖਸ਼ਿਸ਼ ਕਰਦੇ ਨੇ ਕਿ ਗੁਣ ਇਹੋ ਹੋਰ ਨਾਹੀਂ ਕੋਈ। ਕਈ ਵਾਰੀ ਅਰਥ ਕਰਨ ਵਾਲੇ ਕਹਿੰਦੇ ਨੇ, ਹੇ ਪ੍ਰਮਾਤਮਾ ਤੇਰੇ ਵਿੱਚ ਸਿਰਫ ਇਹੀ ਗੁਣ ਨੇ, ਹੋਰ ਨਹੀਂ ਹੈ ਕੋਈ। ਗੁਣ ਇਹੋ ਹੋਰ ਨਾਹੀਂ ਕੋਈ। ਪਰ ਮਹਾਰਾਜ ਕਹਿੰਦੇ ਨੇ, ਨਾ ਕੋ ਹੋਵਾ ਨਾ ਕੋ ਹੋਏ। ਹੇ ਪ੍ਰਮਾਤਮਾ ਤੇਰੇ ਵਿੱਚ ਇੱਕ ਐਸਾ ਗੁਣ ਹੈ ਜੋ ਕਿਸੇ ਹੋਰ ਵਿੱਚ ਨਹੀਂ ਹੈ। ਉਹ ਕੀ ਹੈ? ਤੇਰੇ ਵਰਗਾ ਨਾ ਕੋਈ ਅੱਜ ਤੱਕ ਹੋਇਆ ਤੇ ਨਾ ਕੋਈ ਦੂਸਰਾ ਹੋਣਾ ਹੈ। ਗੁਰੂ ਨਾਨਕ ਪਾਤਸ਼ਾਹ ਜੀ ਦੀ ਜਨਮ ਸਾਖੀ ਆਪਾਂ ਪੜ੍ਹੀਏ ਨਾ, ਇੱਕ ਓੰਕਾਰ ਉਚਾਰਨ ਕਰਨ ਤੋਂ ਬਾਅਦ ਮਹਾਰਾਜ ਦੀ ਰਸਨਾ ਤੋਂ ਇੱਕ ਬੋਲ ਬਾਰ-ਬਾਰ ਨਿਕਲਦਾ ਹੈ। ਮਹਾਰਾਜ ਕਹਿੰਦੇ ਨੇ, ਨਾ ਹਮ ਹਿੰਦੂ ਨਾ ਮੁਸਲਮਾਨ, ਨਾ ਹਮ ਹਿੰਦੂ ਨਾ ਮੁਸਲਮਾਨ। ਕੋਈ ਹਿੰਦੂ ਨਹੀਂ ਹੈ ਤੇ ਕੋਈ ਮੁਸਲਮਾਨ ਨਹੀਂ ਹੈ। ਰੌਲਾ ਪੈ ਗਿਆ। ਫਿਰ ਲੋਕ ਆ ਗਏ ਗੁਰੂ ਨਾਨਕ ਪਾਤਸ਼ਾਹ ਕੋਲ ਵੀ, ਤੁਸੀਂ ਆਖਦੇ ਹੋ ਨਾ ਅਸੀਂ ਹਿੰਦੂ ਹਾਂ ਨਾ ਮੁਸਲਮਾਨ ਹਾਂ, ਤਾਂ ਫਿਰ ਤੁਸੀਂ ਕੌਣ ਹੋ? ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਕੀਤਾ ਪਸਾਓ ਏਕੋ ਕਵਾਓ, ਤਿਸ ਤੇ ਹੋਏ ਲੱਖ ਦਰਿਆਓ। ਰੱਬ ਤੋਂ ਇੱਕ ਸ਼ਬਦ ਹੋਇਆ ਤੇ ਸੰਸਾਰ ਬਣ ਗਿਆ। ਹਿੰਦੂ ਮੁਸਲਮਾਨ ਤੇ ਅਸੀਂ ਆਪ ਬਣਾਏ ਨੇ, ਰੱਬ ਨੇ ਤੇ ਨਹੀਂ ਨਾ ਹਿੰਦੂ ਮੁਸਲਮਾਨ ਬਣਾਇਆ। ਅਗਰ ਸਾਰੇ ਧਰਮਾਂ ਦਾ ਇੱਕ ਇੱਕ ਬੱਚਾ ਲੈ ਕੇ ਉਹਦੇ ਸਰੀਰ ਦੇ ਨਾਲ ਕਿਸੇ ਤਰ੍ਹਾਂ ਦੀ ਕੋਈ ਛੇੜਖਾਨੀ ਨਾ ਕੀਤੀ ਜਾਵੇ ਤਾਂ ਤੁਸੀਂ ਪਹਿਚਾਣ ਨਹੀਂ ਸਕੋਗੇ ਕਿ ਇਹਨਾਂ ਵਿੱਚੋਂ ਕਿਹੜਾ ਬੱਚਾ ਹਿੰਦੂ ਹੈ, ਕਿਹੜਾ ਮੁਸਲਮਾਨ ਹੈ, ਕਿਹੜਾ ਈਸਾਈ ਹੈ, ਕਿਹੜਾ ਸਿੱਖ ਹੈ। ਅਸੀਂ ਨਹੀਂ ਪਹਿਚਾਣ ਸਕਦੇ ਹਾਂ। ਬਣਾਇਆ ਸਭ ਨੂੰ ਰੱਬ ਨੇ ਇੱਕ। ਪ੍ਰਿੰਸੀਪਲ ਸਤਬੀਰ ਸਿੰਘ ਜੀ ਲਿਖਦੇ ਨੇ, ਕਹਿੰਦੇ ਨੇ ਸੁਲਤਾਨਪੁਰ ਦੇ ਅੰਦਰ ਜਦੋਂ ਬੱਚੇ ਖੇਡਦੇ ਸਨ ਨਾ, ਛੋਟੇ ਛੋਟੇ ਬੱਚੇ, ਉਹ ਇੱਕ ਕਹਾਵਤ ਬੋਲਦੇ ਸਨ। ਇੱਕ ਬੱਚਾ ਬੋਲਦਾ ਸੀ, ਗੁਰੂ ਨਾਨਕ ਦਾ ਘਰ ਕਿਹੜਾ? ਇੱਕ ਬੱਚਾ ਬੋਲਦਾ ਸੀ, ਗੁਰੂ ਨਾਨਕ ਦਾ ਘਰ ਕਿਹੜਾ? ਤੇ ਬਾਕੀ ਜਿਹੜੇ ਬੱਚੇ ਹੁੰਦੇ ਸਨ ਉਹ ਬੋਲਦੇ ਸਨ, ਜਿਸ ਦਾ ਸਭ ਤੋਂ ਖੁੱਲ੍ਹਾ ਵਿਹੜਾ। ਗੁਰੂ ਨਾਨਕ ਦਾ ਘਰ ਕਿਹੜਾ? ਜਿਸ ਦਾ ਸਭ ਤੋਂ ਖੁੱਲ੍ਹਾ ਵਿਹੜਾ। ਗੁਰੂ ਨਾਨਕ ਦਾ ਵਿਹੜਾ ਇਤਨਾ ਖੁੱਲ੍ਹਾ ਸੀ, ਇਤਨਾ ਖੁੱਲ੍ਹਾ ਸੀ, ਜਿਹਦੇ ਵਿੱਚ ਮੁਸਲਮਾਨ ਵੀ ਆ ਗਏ, ਸਦਨਾ ਕਸਾਈ ਵੀ ਆ ਗਿਆ, ਰਵਿਦਾਸ ਉਹ ਵੀ ਆ ਗਏ ਨੇ। ਇੱਥੇ ਸਾਰਿਆਂ ਨੂੰ ਸਤਿਕਾਰ ਦਿੱਤਾ ਜਾਂਦਾ ਹੈ। ਭਗਤਾਂ ਦੀ ਬਾਣੀ ਸ਼ੁਰੂ ਹੁੰਦੀ ਹੈ ਨਾ, ਤੋਂ ਅੱਗੇ ਜੀ ਕਰਕੇ ਬੁਲਾਇਆ ਜਾਂਦਾ ਹੈ। ਭਗਤ ਨਾਮਦੇਵ ਜੀ ਨੂੰ ਇਸੇ ਇਲਾਕੇ ਦੇ ਵਿੱਚ ਸੂਦ ਸੂਦ ਕਰ ਮਾਰ ਉਠਾਇਓ, ਕਹਾਂ ਕਰੋ ਬਾਪ ਬੀਠਲਾ। ਮੰਦਰ ਦੇ ਵਿੱਚ ਵੜਨ ਨਹੀਂ ਸਨ ਦਿੰਦੇ ਭਗਤ ਨਾਮਦੇਵ ਜੀ ਨੂੰ। ਤੇ ਭਗਤ ਜੀ ਗਿਲਾ ਕਰਦੇ ਨੇ ਰੱਬ ਦੇ ਅੱਗੇ ਵੀ, ਹਸਤ ਖੇਲਤ ਤੇਰੇ ਦੇਹੁਰੇ ਆਇਆ, ਭਗਤ ਕਰਤ ਨਾਮਾ ਪਕਰ ਉਠਾਇਆ। ਹੇ ਪਰਮਾਤਮਾ, ਮੈਂ ਤਾਂ ਤੇਰੇ ਘਰ ਵਿੱਚ ਆਇਆ ਸਾਂ, ਇਹ ਬ੍ਰਾਹਮਣ ਪੰਡਤ ਕਿੱਥੋਂ ਆ ਗਿਆ ਵਿੱਚ ਜਿਹਨੇ ਮੈਨੂੰ ਪਕੜ ਕੇ ਬਾਹਰ ਕੱਢ ਦਿੱਤਾ ਵੇ। ਪਰ ਰੱਬ ਤਾਂ ਰੱਬ ਹੀ ਹੈ ਨਾ, ਫਿਰ ਉਹਦੇ ਘਰ ਵਿੱਚ ਤਾਂ ਕਿਸੇ ਨੂੰ ਦੁਤਕਾਰਿਆ ਨਹੀਂ ਜਾਂਦਾ ਹੈ। ਇੱਥੇ ਤਾਂ ਜੋ ਸ਼ਰਨ ਆਵੇ ਤਿਸ ਕੰਠ ਲਾਵੇ, ਇਹ ਬਿਰਧ ਸੁਆਮੀ ਸੰਦਾ। ਜਿਉਂ ਜਿਉਂ ਭਗਤ ਨਾਮਦੇਵ ਜੀ ਪਰਮੇਸ਼ਰ ਦਾ ਨਾਮ ਜਪਦੇ ਹਨ, ਜਿਉਂ ਜਿਉਂ ਨਾਮਾ ਹਰ ਗੁਣ ਉਚਰੇ, ਭਗਤ ਜਨਾਂ ਕੋ ਦੇਹੁਰਾ ਫਿਰੇ। ਰੱਬ ਨੇ ਆਪਣਾ ਮੂੰਹ ਫੇਰ ਲਿਆ ਹੈ, ਭਗਤ ਨਾਮਦੇਵ ਜੀ ਵੱਲ ਕਰ ਲਿਆ। ਕਿਉਂ? ਰੱਬ ਦਾ ਵਿਹੜਾ ਬੜਾ ਖੁੱਲ੍ਹਾ ਹੈ। ਇਹ ਜਾਤ ਪਾਤ ਜਿਤਨੇ ਵਿਤਕਰੇ ਬਣਾਏ ਨੇ, ਸਭ ਅਸੀਂ ਬਣਾਏ ਹਨ। ਰੱਬ ਵੱਲੋਂ ਸਿਰਫ ਇੱਕ ਇਨਸਾਨ ਬਣਾਇਆ ਗਿਆ ਸੀ।
बड़ी लंबी चौड़ी साखी है, मैं कहांगा तो समा बहुत लग जाना है। श्री गुरु गोबिंद सिंह महाराज सच्चे पातशाह जी का जदों अवतार होंदा है पटना साहिब विच, अंबाले दे कोल एक पिंड है ठसका, उत्थों एक पीर पैदल चल के ते पटना साहिब पहुँचदा है ते फरियाद करदा है कि मैं दर्शन करने हन बालक गोबिंद राय दे। मामा कृपाल चंद जी कहन लगे ठंड बड़ी है, तुसीं दर्शन नहीं कर सकते। जदों इन्हां दे पिता जी गुरु तेग बहादुर साहब आउणगे ना, फिर असीं तुहानूं दर्शन करावांगे। उस फकीर ने आख्या भी मैं घरों प्रण करके चलिया हाँ, जिथों तक मैनूं दर्शन नहीं हो जाते मैं इत्थों कोई अन्न नहीं छकना, कोई प्रसादा नहीं छकना है, कुछ खाना नहीं, कुछ पीना नहीं है। बैठ गया चौंकड़ा मार के। महाराज की बाणी कहती है कि पावो दान ढीठ होए मांगो। जदों ढीठ बन के बह जावांगे ना तो फिर रब नूं भी तरस आ जाना भी हुणे बह ही गया चौंकड़ा मार के, इहदी लाज तां हुण रखनी पैनी है। मामा कृपाल चंद जी दर्शन करांदे ने ते इस फकीर ने गुरु गोबिंद सिंह महाराज की परीक्षा लैण वास्ते दो मुठियां बंद करके ते अगे कीतियां ने। गुरु गोबिंद सिंह महाराज भावें छोटा ही अजे शरीर सी बहुत, पर उन्हां दोनों ही मुठियां दे उत्ते महाराज ने हथ रख दिता। पीर बड़ा खुश होया, नच्चण लग पिया। मामा कृपाल चंद जी कहंदे ने भी तू ये कीता की है, सानू ते दस, सानू ते कुछ समझ नहीं आई। तू दो हथ अगे कीते ने, बच्चे ने दोनों हथां ते हथ रख दिता वे, तू बड़ा खुश हो गया, कुछ सानू भी दस भी होया की है। संतां महापुरखां दी गल आम मनुखां दी समझ विच नहीं आंदी है। एक विद्वान कहंदा है जैसे केले के पात पात में पात है, त्यों संतन की बात बात में बात है। संतां दी रमज नूं समझना बड़ा मुश्किल काम है। तां इत्थे महाराज कहंदे ने भगतां ते संसारियां जोड़ कदे ना आया। वो फकीर कहंदा भी मैं इस बच्चे नूं अवतार जान के पुछया तू हिंदुआं दी रख्या करेगा कि मुसलमानां दी रख्या करेगा, क्योंकि दो ही धर्म उस वक्त ज़्यादा फैले हुए सन। रौला इन्हां दा ही सी सारा। तू हिंदुआं नाल प्रेम करेगा कि मुसलमानां दे नाल प्रेम करेगा। इस बच्चे ने मैनू ऐसा जवाब दिता है, कहंदा मैं नच्चण ते मजबूर हो गया वा। मामा कृपाल चंद जी पुछदे ने भी की आख्या होवे। कहंदे ने इस बच्चे ने आख्या ना मैं हिंदू नाल प्रेम करांगा ते ना मैं मुसलमान नाल प्रेम करांगा, ना मैं हिंदुआं दी रख्या वास्ते आया ते ना मैं मुसलमानां दी रख्या वास्ते आया। मैं केवल ते केवल रब दे बनाए एक इंसान दे नाल प्रेम करांगा। मैं वो भावें फिर कोई भी होवे, कोई हिंदू होवे, मुसलमान होवे, सिख होवे, ईसाई होवे, सब दे नाल प्रेम। हिंदू तुर्क कोऊ राफजी इमाम साफी, मानस की जात सबे एके पहचान वो। महाराज कहते ने मैं सिर्फ मनुख नूं मनुख ही समझदा हाँ, बस होर कुछ नहीं समझदा हाँ। एक ओंकार वो परमात्मा एक है, दूसरा कोई नहीं है। पर अज जितने वितकरे साडे दे विच जात पात नूं लैके ने ना, इतने वितकरे किसी होर गल दे नहीं हैं। अज जितनी लड़ाई रब दे नाम ते है, उतनी लड़ाई किसी होर गल दी नहीं है साडे विच। वेखो सूरज दे कई नाम ने, सूरज नूं भान भी कह दिंदे ने, रवि भी कह दिंदे ने, सूरज भी कह दिंदे ने, अंग्रेजी वाले सन कह दिंदे ने। कोई लड़ाई नहीं है। सूरज दे कितने नाम ने, कोई लड़ाई नहीं। वो रब जिहदा कोई नाम ही नहीं है, उहदे नामां दे उत्ते अज संसार विच कितनी लड़ाई होई पई है। गुरु नानक सच्चे पातशाह नूं सिद्धां ने पुछिया सी तुहाडा पंथ की है, तुहाडा रस्ता की है, तुसीं दुनिया नूं किस रस्ते दे उत्ते तोरदे हो। महाराज कहंदे ने साडा इक्को ही रस्ता है कि सगली जोत हमारी सम्या, नाना वरन अनेकं
ਕਹੋ ਨਾਨਕ ਸੁਣ ਪਰਥਰ ਜੋਗੀ ਪਾਰ ਬ੍ਰਹਮ ਲਿਵ ਏਕੰ। ਮਹਾਰਾਜ ਕਹਿੰਦੇ ਨੇ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਤੇ ਸਾਰਿਆਂ ਦੇ ਨਾਲ ਚੱਲਣਾ, ਇੱਕ ਦੇ ਨਾਲ ਜੁੜਨਾ ਤੇ ਇੱਕ ਦੇ ਨਾਲ ਜੋੜਨਾ, ਬਸ ਇਹ ਗੁਰੂ ਨਾਨਕ ਦਾ ਪੰਥ ਹੈ। ਪਰ ਅੱਜ ਤੇ ਸਾਡੇ ਵਿੱਚ ਵੀ ਬੜੀਆਂ ਲੜਾਈਆਂ ਹੋਈਆਂ ਪਈਆਂ ਨੇ, ਜਾਤ ਪਾਤ ਨੂੰ ਲੈ ਕੇ, ਵੱਡੀਆਂ ਛੋਟੀਆਂ ਪਦਵੀਆਂ ਨੂੰ ਲੈ ਕੇ, ਅਮੀਰੀ ਗਰੀਬੀ ਨੂੰ ਲੈ ਕੇ। ਚੱਲੇ ਸਾਂ ਅਸੀਂ ਸਾਰਿਆਂ ਨੂੰ ਜੋੜਨ ਵਾਸਤੇ, ਪਰ ਅਸੀਂ ਤਾਂ ਆਪ ਹੀ ਟੁੱਟ ਕੇ ਰਹਿ ਗਏ ਹਾਂ। ਤਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਇੱਥੇ ਬਖਸ਼ਿਸ਼ ਕਰਦੇ ਨੇ ਮੂਲ ਮੰਤਰ 4 ਤਰ੍ਹਾਂ ਦੇ ਸਾਨੂੰ ਇਹ ਮੰਗਲਾਚਰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਮਿਲਦੇ ਹਨ। ਇੱਥੇ ਛੋਟੇ ਰੂਪ ਵਿੱਚ ਹੈ, ਉਹ ਅਕਾਲ ਪੁਰਖ ਵਾਹਿਗੁਰੂ ਇੱਕ ਹੈ, ਓੰਕਾਰ ਹੈ, ਗੁਰ ਪ੍ਰਸਾਦ, ਗੁਰੂ ਦੀ ਕਿਰਪਾ ਦੁਆਰਾ ਉਸ ਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ ਜੀ। ਜਬ ਦੇਖਾ ਤਬ ਗਾਵਾ। ਭਗਤ ਨਾਮਦੇਵ ਜੀ ਬੜੀ ਕਮਾਲ ਦੀ ਗੱਲ ਕਰ ਰਹੇ ਹਨ। ਜਬ ਦੇਖਾਂ ਤਬ ਗਾਵਾਂ। ਹੁਣ ਕਈ ਇੱਥੇ ਸਵਾਲ ਕਰਦੇ ਨੇ ਵੀ ਜੇ ਦੇਖਾਂ ਤਾਂ ਗਾਵਾਂ, ਪਰ ਜੋ ਵਿਦਵਾਨਾਂ ਨੇ ਅਰਥ ਕੀਤੇ ਨੇ ਉਹ ਕਹਿੰਦੇ ਨੇ ਜਿਉਂ-ਜਿਉਂ ਭਗਤ ਨਾਮਦੇਵ ਜੀ ਰੱਬ ਦੇ ਦਰਸ਼ਨ ਕਰਦੇ ਨੇ, ਤਿਉਂ-ਤਿਉਂ ਉਸ ਪਰਮੇਸ਼ਰ ਦੇ ਗੁਣ ਗਾਇਨ ਕਰਦੇ ਨੇ, ਵੱਧ ਤੋਂ ਵੱਧ ਗਾਇਨ ਕਰਦੇ ਹਨ। ਵੇਖੋ, ਅਸੀਂ ਕਿਸੇ ਚੀਜ਼ ਬਾਰੇ ਸੁਣਿਆ ਹੋਵੇ, ਜਿਤਨਾ ਅਸੀਂ ਸੁਣਿਆ ਅਸੀਂ ਉਤਨਾ ਹੀ ਕਹਿ ਸਕਨੇ ਹਾਂ, ਉਹਦੇ ਉਤਨੇ ਹੀ ਗੁਣ ਗਾ ਸਕਨੇ ਹਾਂ ਅਸੀਂ। ਪਰ ਜਦੋਂ ਅਸੀਂ ਉਸ ਵਸਤੂ ਨੂੰ, ਉਸ ਜਗ੍ਹਾ ਨੂੰ ਜਦੋਂ ਅਸੀਂ ਵੇਖ ਲੈਂਦੇ ਹਾਂ, ਫਿਰ ਅਸੀਂ ਕਹਿ ਦਿੰਦੇ ਹਾਂ ਵਾਹ ਬਈ ਵਾਹ, ਇਹ ਤਾਂ ਕਮਾਲ ਹੋਈ ਪਈ ਹੈ, ਜੋ ਮੈਂ ਸੁਣਿਆ ਸੀ ਉਹ ਤਾਂ ਕੁਝ ਵੀ ਨਹੀਂ ਹੈ, ਇਹ ਤਾਂ ਉਸ ਤੋਂ ਵੀ ਕਈ ਗੁਣਾ ਵੱਧ ਹੈ। ਫਿਰ ਜਿਉਂ-ਜਿਉਂ ਬੰਦਾ ਉਸ ਦੀ ਗਹਿਰਾਈ ਦੇ ਵਿੱਚ ਜਾਂਦਾ ਹੈ, ਤਿਉਂ-ਤਿਉਂ ਉਸ ਦੇ ਗੁਣ ਗਾਇਨ ਕਰਦਾ ਹੈ, ਜਿਉਂ-ਜਿਉਂ ਗਹਿਰਾਈ ਵਿੱਚ ਜਾਏਗਾ। ਭਗਤ ਨਾਮਦੇਵ ਜੀ ਜਿਉਂ-ਜਿਉਂ ਪਰਮਾਤਮਾ ਦੇ ਦਰਸ਼ਨ ਕਰਦੇ ਨੇ, ਤਿਉਂ-ਤਿਉਂ ਉਸ ਰੱਬ ਦੇ ਪਰਮਾਤਮਾ ਦੇ ਗੁਣ ਗਾਇਨ ਕਰਦੇ ਹਨ, ਵੱਧ ਤੋਂ ਵੱਧ ਕਰੀ ਜਾਂਦੇ ਨੇ। ਕਿਆ ਰੱਬ ਵੇਖਿਆ ਜਾ ਸਕਦਾ ਵੇ? ਸਾਡੀ ਕੌਮ ਦੇ ਵਿੱਚ ਨਾ ਇੱਕ ਬੜੇ ਵਿਦਵਾਨ ਹੋਏ ਨੇ ਕਥਾਵਾਚਕ, ਜਿਨ੍ਹਾਂ ਦਾ ਨਾਮ ਸੀ ਗਿਆਨੀ ਮਾਨ ਸਿੰਘ ਜੀ ਚੌਰ, ਪੰਜਾਬ ਦੇ ਰਹਿਣ ਵਾਲੇ ਸਨ। ਉਹਨਾਂ ਨੇ ਬੜੇ ਗ੍ਰੰਥਾਂ ਦੀ ਸਟੱਡੀ ਕੀਤੀ। ਅਸੀਂ ਉਹਨਾਂ ਦੇ ਸਾਹਮਣੇ ਕੁਝ ਵੀ ਨਹੀਂ ਹਾਂ। ਅਸੀਂ ਉਹਨਾਂ ਨੇ ਵੇਦ ਵੀ ਪੜ੍ਹੇ, ਸ਼ਾਸਤਰ ਵੀ ਪੜ੍ਹੇ, ਸਿਮਰਤੀਆਂ ਵੀ ਪੜ੍ਹੀਆਂ, ਕੁਰਾਨ ਸ਼ਰੀਫ ਪੜ੍ਹੀ, ਬਾਈਬਲ, ਅੰਜੀਲ, ਬੜੇ ਗ੍ਰੰਥਾਂ ਦਾ ਉਹਨਾਂ ਨੇ ਅਧਿਐਨ ਕੀਤਾ। ਉਹ ਕਿਆ ਕਰਦੇ ਸਨ ਕਿ ਕੋਈ ਗ੍ਰੰਥ ਇਹ ਦਾਅਵਾ ਨਹੀਂ ਕਰਦਾ ਕਿ ਰੱਬ ਨੂੰ ਵੇਖਿਆ ਜਾ ਸਕਦਾ ਹੈ। ਇਸਲਾਮ ਵੀ ਕਹਿੰਦਾ ਹੈ ਕਿ ਇਹਨਾਂ ਫਾਨੀ ਅੱਖਾਂ ਦੇ ਨਾਲ ਜੋ ਖਤਮ ਹੋਣ ਵਾਲੀਆਂ ਨੇ, ਇਹਨਾਂ ਛੋਟੀਆਂ ਜਿਹੀਆਂ ਅੱਖਾਂ ਦੇ ਨਾਲ ਰੱਬ ਦੇ ਦਰਸ਼ਨ ਨਹੀਂ ਕੀਤੇ ਜਾ ਸਕਦੇ ਹਨ। ਹਰ ਗ੍ਰੰਥ ਇਹੀ ਆਖਦਾ ਹੈ ਵੀ ਉਹਦੇ ਗੁਣ ਅਸੀਂ ਜਾਣ ਸਕਦੇ ਹਾਂ, ਪਰ ਰੱਬ ਨੂੰ ਅਸੀਂ ਵੇਖ ਨਹੀਂ ਸਕਦੇ ਹਾਂ। ਕੇਵਲ ਤੇ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਇਹ ਦਾਅਵਾ ਕਰਦੇ ਨੇ, ਭਗਤਾਂ ਨੇ ਦਾਅਵਾ ਕੀਤਾ, ਗੁਰੂਆਂ ਨੇ ਦਾਅਵਾ ਕੀਤਾ ਕਿ ਉਸ ਪਰਮਾਤਮਾ ਨੂੰ ਵੇਖਿਆ ਜਾ ਸਕਦਾ ਵੇ। ਕੇਵਲ ਤੇਰੇ ਕੋਲ ਵੇਖਣ ਵਾਲੀ ਅੱਖ ਹੋਣੀ ਚਾਹੀਦੀ ਹੈ, ਬਸ ਉਹਨੂੰ ਵੇਖਿਆ ਜਾ ਸਕਦਾ ਵੇ। ਮਹਾਰਾਜ ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਨੇ ਕਿ ਉਸ ਪਰਿਪੂਰਨ ਪਰਮਾਤਮਾ ਨੇ ਇਹ ਨੇਤਰੋ ਮੇਰੇ ਹੋ ਹਰ ਤੁਮੇ ਜੋਤ ਧਰੀ, ਹਰ ਬਿਨ ਅਵਰ ਨਾ ਦੇਖੋ ਕੋਈ। ਹਰ ਬਿਨ ਅਵਰ ਨਾ ਦੇਖੋ ਕੋਈ, ਨਦਰੀ ਹਰ ਨਿਹਾਲਿਆ। ਗੁਰੂ ਅਮਰਦਾਸ ਮਹਾਰਾਜ ਕਹਿੰਦੇ ਨੇ ਤੈਨੂੰ ਰੱਬ ਨੇ ਅੱਖਾਂ ਦਿੱਤੀਆਂ, ਅੱਖਾਂ ਦੇ ਵਿੱਚ ਜੋਤ ਦਿੱਤੀ। ਕਿਆ ਇਹ ਸੰਸਾਰ ਨੂੰ ਵੇਖਣ ਵਾਸਤੇ ਦਿੱਤੀ ਹੈ? ਸੰਸਾਰ ਵੇਖਣ ਵਾਸਤੇ ਨਹੀਂ, ਉਸ ਪਰਮਾਤਮਾ ਨੂੰ ਵੇਖਣ ਵਾਸਤੇ ਅੱਖ ਦਿੱਤੀ ਹੈ। ਕਿਆ ਉਹ ਅੱਖਾਂ ਕੋਈ ਹੋਰ ਨੇ? ਗੁਰਬਾਣੀ ਕਹਿੰਦੀ ਹੈ ਕਿ ਨਾਨਕ ਸੇ ਅੱਖੜੀਆਂ ਬਿਅਨ ਜਿਨੇ ਡਿਸੰਦੋ ਮਾਂ ਪੇਰੀ। ਉਹ ਅੱਖਾਂ ਕੋਈ ਹੋਰ ਨੇ ਜਿਨ੍ਹਾਂ ਅੱਖਾਂ ਦੇ ਨਾਲ ਉਸ ਰੱਬ ਨੂੰ ਵੇਖਿਆ ਜਾ ਸਕਦਾ ਹੈ। ਤੇ ਕਿਆ ਉਹ ਬਾਜ਼ਾਰੋਂ ਮਿਲਦੀਆਂ ਨੇ
ਜਾਂ ਉਹ ਦਰਖਤਾਂ ਤੇ ਲੱਗਦੀਆਂ ਨੇ ਜਾਂ ਕਿਧਰੋਂ ਹੋਰ ਪ੍ਰਾਪਤ ਹੁੰਦੀ ਹੈ। ਮਹਾਰਾਜ ਕਹਿੰਦੇ ਨੇ ਨਹੀਂ, ਇਹੀ ਅੱਖਾਂ ਨੇ। ਜਦੋਂ ਅਸੀਂ ਸੁਰਤ ਨੂੰ ਅੰਦਰ ਕਰਕੇ ਸ਼ਬਦ ਦਾ ਸਿਮਰਨ ਕਰਾਂਗੇ ਨਾ, ਇਹਨਾਂ ਅੱਖਾਂ ਦੇ ਵਿੱਚ ਇਤਨੀ ਤਾਕਤ ਪੈਦਾ ਹੋ ਜਾਏਗੀ ਕਿ ਉਸ ਰੱਬ ਨੂੰ ਅਸੀਂ ਵੇਖ ਸਕਾਂਗੇ। ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਿਆਰੇ ਭਗਤ ਭਾਈ ਸਾਹਿਬ ਭਾਈ ਨੰਦ ਲਾਲ ਜੀ ਇਤਨਾ ਮਾਣ ਕਰਦੇ ਸਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਿ ਜਦ ਕੋਈ ਆ ਕੇ ਕਹੇ ਨਾ ਵੀ ਕਿਸੇ ਪੂਰਨ ਗੁਰਸਿੱਖ ਦੇ ਦਰਸ਼ਨ ਕਰਾਓ, ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਬੜੇ ਮਾਣ ਨਾਲ ਹੱਥ ਕਰਦੇ ਸਨ, ਭਾਈ ਨੰਦ ਲਾਲ ਦੇ ਦਰਸ਼ਨ ਕਰੋ, ਇਹ ਪੂਰਨ ਗੁਰਸਿੱਖ ਹੈ। ਤੇ ਇੱਕ ਦਿਨ ਬੜੇ ਪ੍ਰਸੰਨ ਹੋਏ ਮਹਾਰਾਜ, ਕਹਿਣ ਲੱਗੇ ਨੰਦ ਲਾਲ ਸਾਡਾ ਜੀ ਕਰਦਾ ਕਿ ਤੂੰ ਕੁਛ ਮੰਗ। ਤੇ ਭਾਈ ਨੰਦ ਲਾਲ ਜੀ ਕਹਿੰਦੇ ਨੇ ਮਹਾਰਾਜ ਜਦੋਂ ਮੈਂ ਤੇਰੇ ਦਰ ਤੇ ਆਇਆ ਸਾਂ ਬੜੀਆਂ ਅੰਦਰ ਖੁਆਇਸ਼ਾਂ ਸਨ, ਪਰ ਜਦੋਂ ਤੁਹਾਡੇ ਦਰਸ਼ਨ ਕੀਤੇ ਨਾ ਮਹਾਰਾਜ ਸੱਚੇ ਪਾਤਸ਼ਾਹ ਹੁਣ ਕੁਝ ਮੰਗਣ ਤੇ ਦਿਲ ਹੀ ਨਹੀਂ ਕਰਦਾ ਮੇਰਾ। ਪ੍ਰਭ ਦੇਖਦਿਆਂ ਢਾਡੀ ਕੋ ਮੰਗਣ ਚਿੱਤ ਨਾ ਆਵੇ। ਜਿਹਨੂੰ ਰੱਬ ਦੇ ਦਰਸ਼ਨ ਹੋ ਗਏ, ਗੁਰੂ ਦੇ ਦਰਸ਼ਨ ਹੋ ਗਏ, ਤਾਂ ਭਾਈ ਸਾਹਿਬ ਕਹਿੰਦੇ ਨੇ ਹੁਣ ਮੈਂ ਕੀ ਮੰਗਾਂ, ਕੁਝ ਮੰਗਣ ਤੇ ਦਿਲ ਨਹੀਂ ਕਰਦਾ ਹੈ। ਮਹਾਰਾਜ ਨੇ ਆਖਿਆ ਨੰਦ ਲਾਲ ਮੈਂ ਕਹਿ ਬੈਠਾ, ਮੇਰੇ ਵਾਸਤੇ ਕੁਝ ਮੰਗ ਲੈ। ਵੇਖੋ ਅਸੀਂ ਮੰਗਦੇ ਪਏ ਹਾਂ ਤੇ ਰੱਬ ਨਹੀਂ ਦਿੰਦਾ। ਤੇ ਨੰਦ ਲਾਲ ਜੀ ਨੂੰ ਮਹਾਰਾਜ ਖੁਦ ਕਹਿ ਰਹੇ ਨੇ ਵੀ ਤੂੰ ਕੁਝ ਮੰਗ। ਆਖਿਰ ਕੋਈ ਗੱਲ ਹੋਵੇਗੀ ਨਾ ਭਾਈ ਨੰਦ ਲਾਲ ਦੇ ਵਿੱਚ। ਅਸੀਂ ਆਪਣਾ ਭਾਂਡਾ ਹੀ ਨਹੀਂ ਬਣਾਇਆ ਕਿ ਗੁਰੂ ਉਹਦੇ ਵਿੱਚ ਆਪਣੀ ਬਖਸ਼ਿਸ਼ ਰੂਪੀ ਦਾਤ ਪਾ ਸਕੇ। ਉਹਦੇ ਵਿੱਚ ਜਿਸ ਦਿਨ ਸਾਡਾ ਭਾਂਡਾ ਬਣ ਗਿਆ ਨਾ, ਸਾਨੂੰ ਗੁਰੂ ਨੂੰ ਕਹਿਣ ਦੀ ਲੋੜ ਨਹੀਂ ਪੈਣੀ ਵੀ ਮੈਨੂੰ ਇਹ ਚੀਜ਼ ਚਾਹੀਦੀ ਹੈ। ਇਸ ਤੋਂ ਪਹਿਲੇ ਕਿ ਸਾਡੇ ਮਨ ਵਿੱਚ ਫੁਰਨਾ ਬਣੇ, ਗੁਰੂ ਨੇ ਦਾਤ ਸਾਡੀ ਝੋਲੀ ਵਿੱਚ ਪਾ ਦੇਣੀ ਹੈ। ਨੰਦ ਲਾਲ ਕੁਝ ਤੇ ਮੰਗ, ਮੇਰਾ ਜੀ ਕਰਦਾ ਪਿਆ, ਮੈਂ ਬੜਾ ਪ੍ਰਸੰਨ ਹਾਂ। ਤੇ ਭਾਈ ਨੰਦ ਲਾਲ ਜੀ ਕਹਿੰਦੇ ਨੇ ਮਹਾਰਾਜ ਜੇ ਤੁੱਠੇ ਹੋ ਨਾ ਤਾਂ ਇੱਕ ਦਾਤ ਮੇਰੀ ਝੋਲੀ ਦੇ ਵਿੱਚ ਪਾ ਦਿਓ। ਮਹਾਰਾਜ ਕਹਿੰਦੇ ਨੇ ਕੀ ਹੈ? ਬੜੇ ਧਿਆਨ ਨਾਲ ਤੁਸੀਂ ਸੁਣਨਾ, ਬੜਾ ਟਿਕਾਓ ਤੁਸੀਂ ਬਣਾਇਆ ਹੋਇਆ। ਗੁਰੂ ਰਹਿਮਤ ਕਰੇ ਤੁਹਾਡਾ ਇਹ ਪ੍ਰੇਮ ਟਿਕਾਓ ਗੁਰੂ ਚਰਨਾਂ ਦੇ ਵਿੱਚ ਬਣਿਆ ਰਹੇ। ਭਾਈ ਸਾਹਿਬ ਕਹਿੰਦੇ ਨੇ ਮਹਾਰਾਜ ਜੇ ਤੁੱਠੇ ਹੋ ਨਾ ਤਾਂ ਦੀਦੇ ਅਮਰਾ ਲੱਜਤੇ ਦੀਦਾਰ ਬਖਸ਼, ਸੀਨਾ ਅਮਰਾ ਮਗਜ਼ਨੇ ਇਸਰਾਰ ਬਖਸ਼, ਈਦ ਲੈ ਬਿਰਿਆਮ ਮਾਰਾ ਸ਼ੌਕ ਦੇ, ਦਰ ਗਲੂਯਮ ਬੰਦਗੀ ਰਾ ਤੌਕ ਦੇ। ਭਾਈ ਸਾਹਿਬ ਕਹਿੰਦੇ ਨੇ ਕਿ ਮਹਾਰਾਜ ਮੇਰੀਆਂ ਅੱਖਾਂ ਨੂੰ ਐਸੀ ਤਾਕਤ ਬਖਸ਼ ਕਿ ਮੈਂ ਤੇਰਾ ਦੀਦਾਰ ਕਰ ਸਕਾਂ। ਦੀਦੇ ਅੱਖਾਂ ਨੂੰ ਕਹਿੰਦੇ ਨੇ ਦੀਦੇ ਅਮਰਾ ਲੱਜਤੇ ਦੀਦਾਰ ਬਖਸ਼, ਮੇਰੀਆਂ ਅੱਖਾਂ ਨੂੰ ਐਸੀ ਤਾਕਤ ਬਖਸ਼ ਕਿ ਮੈਂ ਗੁਰੂ ਗੋਬਿੰਦ ਸਿੰਘ ਦੇ ਦਰਸ਼ਨ ਕਰ ਸਕਾਂ। ਕੋਲ ਖੜੇ ਸਨ ਕੁਝ ਸਿੱਖ, ਭਾਈ ਸਾਹਿਬ ਦੇ ਮਿੱਤਰ ਸਨ। ਕਹਿਣ ਲੱਗੇ ਨੰਦ ਲਾਲ ਕਿਉਂ ਝੂਠ ਬੋਲਦਾ ਪਿਆ ਮੈਂ? ਗੁਰੂ ਗੋਬਿੰਦ ਸਿੰਘ ਜੀ ਦੇ ਸਭ ਤੋਂ ਨੇੜੇ ਅਗਰ ਕੋਈ ਹੈ ਤੇ ਉਹ ਤੂੰ ਹੈ। ਤੇ ਤੂੰ ਆਖਦਾ ਪਿਆ ਵੀ ਮੈਨੂੰ ਗੁਰੂ ਦੇ ਦਰਸ਼ਨ ਨਹੀਂ ਹੁੰਦੇ ਪਏ, ਮੈਨੂੰ ਅੱਖਾਂ ਵਿੱਚ ਤਾਕਤ ਬਖਸ਼ੋ, ਮੈਂ ਗੁਰੂ ਦੇ ਦਰਸ਼ਨ ਕਰ ਸਕਾਂ। ਭਾਈ ਨੰਦ ਲਾਲ ਜੀ ਦੀਆਂ ਅੱਖਾਂ ਦੇ ਵਿੱਚ ਹੰਝੂ ਆ ਗਏ ਨੇ। ਕਹਿੰਦੇ ਨੇ ਮੇਰੇ ਮਿੱਤਰੋ, ਮੇਰੀਆਂ ਜਿਹੜੀਆਂ ਅੱਖਾਂ ਨੇ ਨਾ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਸਿਰਫ ਬਾਹਰੋਂ ਵੇਖਦੀਆਂ ਪਈਆਂ ਨੇ, ਸਿਰਫ ਬਾਹਰੋਂ। ਮੈਂ ਵੇਖਦਾ ਪਿਆ ਵੀ ਸੋਹਣੀ ਕਲਗੀ ਲਾਈ ਏ, ਬੜੀ ਸੁੰਦਰ ਦਸਤਾਰ ਸਜਾਈ ਹੈ। ਮਹਾਰਾਜ ਨੇ ਬੜੀ ਸੋਹਣਾ ਚੋਲਾ ਪਾਇਆ ਹੈ, ਹੀਰੇ ਮੋਤੀਆਂ ਦੀ ਮਾਲਾ ਪਹਿਨੀ ਹੋਈ ਹੈ, ਹੱਥ ਦੇ ਵਿੱਚ ਕਿਰਪਾਨ ਪਕੜੀ ਹੈ, ਹੱਥ ਦੇ ਵਿੱਚ ਬਾਜ ਰੱਖਿਆ ਹੋਇਆ ਹੈ, ਸੋਨੇ ਦੇ ਸਿੰਘਾਸਨ ਤੇ ਬੈਠੇ ਨੇ, ਪੈਰਾਂ ਦੇ ਵਿੱਚ ਸੋਨੇ ਦੀ ਕਢਾਈ ਵਾਲੀ ਜੁੱਤੀ ਪਾਈ ਹੋਈ ਹੈ। ਸਤਿਗੁਰਾਂ ਦਾ ਜੋ ਮੁਖੜਾ ਹੈ ਉਹਦੇ ਵਿੱਚ ਇਤਨਾ ਤੇਜ ਹੈ ਕਿ ਸੂਰਜ ਵੀ ਉਸ ਤੇਜ ਨੂੰ ਝੱਲ ਨਹੀਂ ਸਕਦਾ। ਪਰ ਭਾਈ ਸਾਹਿਬ ਕਹਿੰਦੇ ਨੇ ਮੇਰੀਆਂ ਅੱਖਾਂ ਗੁਰੂ ਗੋਬਿੰਦ ਸਿੰਘ ਨੂੰ ਸਿਰਫ ਬਾਹਰੋਂ ਵੇਖਦੀਆਂ ਪਈਆਂ ਨੇ, ਸਿਰਫ ਬਾਹਰੋਂ। ਮੈਂ ਵੇਖਣਾ ਚਾਹੁੰਦਾ ਕਿ ਗੁਰੂ ਗੋਬਿੰਦ ਸਿੰਘ ਅੰਦਰੋਂ ਕੀ ਹੈ, ਅੰਦਰੋਂ ਕੀ ਹੈ।
ਯਕੀਨ ਜਾਣੋ ਸਾਰੀ ਦੁਨੀਆ ਨੇ, ਇੱਥੋਂ ਤੱਕ ਕਿ ਸਿੱਖਾਂ ਨੇ ਵੀ ਗੁਰੂ ਗੋਬਿੰਦ ਸਿੰਘ ਨੂੰ ਸਿਰਫ ਬਾਹਰੋਂ ਵੇਖਿਆ ਵੇ, ਅੰਦਰੋਂ ਨਹੀਂ ਵੇਖਿਆ ਸੀ। ਸਾਡਾ ਗੁਰੂ ਅੰਦਰੋਂ ਕੀ ਸੀ, ਅਸੀਂ ਸਿਰਫ ਬਾਹਰੋਂ ਹੀ ਦੇਖਦੇ ਰਹੇ ਹਾਂ। ਘੋੜੇ ਦੀ ਸਵਾਰੀ ਕਰਦੇ ਸਨ, ਤੀਰ ਬੜਾ ਚੰਗਾ ਚਲਾਉਂਦੇ ਸਨ, ਬੰਦੂਕ ਦਾ ਨਿਸ਼ਾਨਾ ਬੜਾ ਕਮਾਲ ਦਾ ਸੀ, ਸੋਨੇ ਚਾਂਦੀ ਦੇ ਬਸਤਰ ਪਹਿਨਦੇ ਸਨ। ਬਸ ਅਸੀਂ ਇਤਨਾ ਕੁਛ ਹੀ ਵੇਖਿਆ ਵੇ। 52 ਕਵੀ ਸਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਬਾਰ ਦੇ ਵਿੱਚ। ਉਹਦੇ ਵਿੱਚ ਇੱਕ ਮੁਸਲਿਮ ਸ਼ਾਇਰ ਸੀ ਜਿਹਦਾ ਨਾਮ ਸੀ ਜਮਾਲ ਹੁਸੈਨ। ਕਹਿੰਦਾ ਮੇਰੀਆਂ ਅੱਖਾਂ ਨਾਲ ਵੇਖੋ ਕਿ ਗੁਰੂ ਗੋਬਿੰਦ ਸਿੰਘ ਕੀ ਹੈ। ਕਹਿੰਦੇ ਤਜੱਲਾ ਤੇਰੀ ਜਾਤ ਕਾ ਸੂ ਬਸੂ ਹੈ, ਜਿਧਰ ਦੇਖਤਾ ਹੂੰ उधर तू है, दीदारे खुदा गर नहीं जिसने देखा, गोबिंद सिंह को देखो वही हू बहू है। कहता जे किसी ने इस धरती दे उत्ते, इस रूहे जमीन दे उत्ते खुदा दे दर्शन करने ना, तो कहता मेरी अख नाल वेखो गुरु गोबिंद सिंह ही खुदा दा रूप है। कहता मेरिया अखां दे नाल वेखो। भाई नंद लाल जी कहते ने मैं वेखना चाहना कि साडा गुरु अंदरों की है। तो आखिर अखां दे विच कोई ताकत प्राप्त हो सकती है ना, जिहदे नाल असी महसूस कर सकीए कि साडा गुरु अंदरों की है। मस्कीन साहब जी जो दास दे उस्ताद ने, एक बीबी उन्हां दे कोल आई, कहती है मस्कीन जी मैनू रब दे दर्शन आउंदे ने, रोज़ आउंदे ने। मैं पाठ करदी हाँ 4 पाठ सुखमनी साहब दे, ते मैनू रब दे दर्शन होंदे ने। मस्कीन जी हस पे। कहती है तुसी हसे क्यों? मैं मजाक नहीं करती पई। मस्कीन जी कहते ने मैं हसिया इस वास्ते हाँ कि 10 कुछ मिनट पहले तेरी सस मेरे अगों रो के गई है, और उन्हें आख्या भी मेरी नूह बड़ा लड़दी है, सारा दिन कुतखाना घर दे विच पिया रहिंदा है, कला कलेश, और इत्थों तक कि मैनू कड्ढण वास्ते तैयार है। मस्कीन जी कहंदे ने मैं हैरान हाँ, तैनू अपनी सस दे विच मां दिखाई नहीं देंदी पई ते तू रब दे दर्शन कित्थों कर लैणे ने तू। कहंदे ने मैं इस वास्ते हसिया वां, भरा नूं भरा विच भरा दिखाई नहीं देंदा पिया, सी रब दे दर्शन कित्थों कर लैणे ने। मित्र नूं मित्र विच मित्र दिखाई नहीं देंदा पिया, सी रब दे दर्शन कित्थों कर लैणे ने। सिख नूं सिख दे विच सिख दिखाई नहीं देंदा पिया, सी गुरु दे दर्शन कित्थों कर लैणे ने। सिख साधी साहब कहंदे ने कि बंदियां दे विच इतनी नफरत, इंसान रा इंसानियत लाजम अस्त, ऊदगर बू न बाशद है जम मस्त। इंसान दे विच इंसानियत खत्म हो गई है। क्यों? इंसान नू इंसान दे विच इंसान नजर नहीं आंदा पिया। इंसान के मुख पर कैसा तकब्बर तेज है, खाक का पुतला बना खाक से परहेज है। मिट्टी दा बनिया होया इंसान मिट्टी दे बड़े इंसान दे नाल नफरत करदा पिया है। तुसी देखो अज बंदा कुत्तियां दे नाल जीउंदा पिया है। कुत्ते पालदे ने, कुत्तियां नूं चुमदे पए ने, चटदे पए ने, उन्हां दे नाल रोटी खांदे ने, उन्हां दे नाल सौंदे ने, पर माँ प्यो नूं घरों बाहर कढ दिंदे ने। एक तो साडे शहर विच देख के मैं हैरान होया, सवेरे असीं जाने सैर करन वास्ते, एक नौजवान बच्चा चौराहे दे उत्ते एक काले कुत्ते दे पैरी पैंदा पिया सी, उहनूं मत्था टेकदा पिया सी, उहदी परिक्रमा करे। मैं कहा ये की करदा पिया? ये तो कुत्ता है। कहंदे किसी ने दस्सिया भी काले कुत्ते दे पैरी पएगा तो तेरा दिन जिहड़ा है चंगा होएगा। मैं कहा प्यो नूं ते तू घरों बाहर कढिया होया, कुत्ते नूं तू मत्था पे टेकदा मैं इत्थे। जिस दिन तैनू प्यो दे विच प्यो दिखाई देगा ना, तेरा एक दिन नहीं सारी जिंदगी तेरी चंगी हो जानी है। ऐ हुण देख लेना, श्राद्ध आंदे पे ने। महाराज कहंदे ने जीवत पितर न माने को मूहे श्राद्ध कराई, पितर भी बपड़े कहु क्यों पावे कौआ कूकर खाही। जूंदे माँ बाप नूं पानी नहीं पुछदे ते मरण तो बाद फिर उहदे नां दा देसी घ्यो दा लंगर चलाते हैं। दसो ये कोई तरीका है साडा?
ਜਿਉਂਦਿਆਂ ਨੂੰ ਤੇ ਦੁਸ਼ਾਲਾ ਕਦੀ ਉਡਾਇਆ ਨਹੀਂ ਹੈ, ਮਰਨ ਤੋਂ ਬਾਅਦ ਉਹਦੇ ਨਾਂ ਦੀਆਂ ਤੂੰ ਚੱਦਰਾਂ ਭੇਟ ਕਰਦਾ ਪਿਆ ਮੈਂ। ਜਿਸ ਦਿਨ ਬੰਦੇ ਨੂੰ ਬੰਦੇ ਦੇ ਵਿੱਚ ਬੰਦਾ ਦਿਖਾਈ ਦੇਣ ਲੱਗ ਪਿਆ ਨਾ, ਉਮੀਦ ਕਰ ਸਕਦੇ ਹਾਂ ਕਿ ਰੱਬ ਦਿਖਾਈ ਦੇਗਾ। ਰੱਬ ਕਿਧਰੇ ਹੋਰ ਨਹੀਂ ਹੈ, ਇਹ ਵੀ ਸੰਸਾਰ ਤੁਮ ਦੇਖਦੇ ਇਹ ਹਰ ਕਾ ਰੂਪ ਹੈ। ਇਹ ਸੰਸਾਰ ਹੀ ਰੱਬ ਦਾ ਰੂਪ ਹੈ, ਪਰ ਕਿਧਰੇ ਸਾਨੂੰ ਪਤਾ ਲੱਗ ਜਾਵੇ ਕਿ ਇਹਨਾਂ ਸਾਰਿਆਂ ਦੇ ਵਿੱਚ ਰੱਬ ਹੈ। ਬਸ ਇਤਨੀ ਗੱਲ ਹੈ, ਹੋਰ ਕੁਛ ਨਹੀਂ ਹੈ। ਭੁਗਤ ਗਿਆਨ ਦਿਆ ਭੰਡਾਰਨ, ਘਟ ਘਟ ਵਾਜੇ ਨਾਦ। ਹਰ ਘਟ ਦੇ ਵਿੱਚ ਉਸ ਪਰਮਾਤਮਾ ਦਾ ਨਾਦ ਵੱਜਦਾ ਪਿਆ, ਸ਼ਬਦ ਵੱਜਦਾ ਪਿਆ, ਉਹ ਮੌਜੂਦ ਹੈ। हर जर्रे में उसका ही नूर है, तुझे दिखाई ना दे तो किसका कसूर है। हर एक दे विच रब मौजूद है, पर जे सानू दिखाई नहीं देंदा तो कसूर रब दा नहीं है, कसूर साडियां अखां दा है जो सानू दिखाई नहीं देंदा। बुल्ले शाह जी कहंदे ने कि बुल्लिया रब तैतों वख नहीं, पर वेखण वाली अख नहीं है। भगत नामदेव जी नूं जदों ये अख प्राप्त होई तो भगत नामदेव जी कहते हैं कि ज्यों ज्यों मैं रब दा दर्शन करदा हाँ ना, त्यों त्यों उहदे गुण वध तो वध मैं गायन करदा हाँ जी। तो जन धीरज पावा, जदों रब दे मैनू दर्शन हो गए तो जन धीरज पावा, फिर मैनू धीरज की प्राप्ति हो गई है। मेरा मन जो उछलदा सी, निकलदा सी, चंचलताई सी, वो मन हुण टिक गया, मन नूं धीरज आ गई है। वेखो बर्फ दे कोल जाइए ठंड मिल जाती है, अग दे कोल जाओगे गर्मी मिल जाएगी, फुल्लां दे कोल जाओगे खुशबू मिल जाएगी। ਜਿਹੜਾ ਰੱਬ ਤੱਕ ਪਹੁੰਚ ਗਿਆ ਨਾ, ਜਿਤਨੇ ਗੁਣ ਰੱਬ ਦੇ ਵਿੱਚ ਨੇ ਉਹਨਾਂ ਗੁਣਾਂ ਦੀ ਫਿਰ ਪ੍ਰਾਪਤੀ ਹੋ ਜਾਂਦੀ ਹੈ ਜੀ। ਨਾਦ ਸਮਾਏ ਲੋਰੇ ਸਤਿਗੁਰ ਭੇਟ ਲੈ ਦੇਵਾ। ਗੁਰੂ ਨੇ ਐਸੀ ਕਿਰਪਾ ਕੀਤੀ ਕਿ ਮੈਨੂੰ ਸਤਿਗੁਰੂ ਮਿਲਾ ਦਿੱਤਾ ਹੈ। ਜਦੋਂ ਸਤਿਗੁਰੂ ਦੀ ਪ੍ਰਾਪਤੀ ਹੋਈ ਤਾਂ ਫਿਰ ਸ਼ਬਦ ਦੇ ਵਿੱਚ ਸੁਰਤ ਜੁੜ ਗਈ, ਤੇ ਸੁਰਤ ਜਦੋਂ ਜੁੜ ਗਈ ਤੇ ਫਿਰ ਉਸ ਵਿੱਚ ਸਮਾ ਗਿਆ। ਨਾਮਦੇਵ ਜੀ ਉਸ ਦੇ ਵਿੱਚ ਸਮਾ ਗਏ ਹਨ। ਗੁਰੂ ਰਾਮਦਾਸ ਮਹਾਰਾਜ ਨੇ ਸਾਨੂੰ ਸ਼ਬਦ ਦੇ ਵਿੱਚ ਸੁਰਤ ਜੋੜਨ ਦਾ ਤਰੀਕਾ ਦੱਸਿਆ ਹੈ। ਮਹਾਰਾਜ ਕਹਿੰਦੇ ਨੇ ਧੁਨ ਮੇ ਧਿਆਨ, ਧਿਆਨ ਮੇ ਜਾਣਿਆ, ਗੁਰਮੁਖ ਅਕਥ ਕਹਾਣੀ। ਤੁਹਾਡੇ ਵਿੱਚੋਂ ਬਹੁਤ ਸਾਰੇ ਵਾਹਿਗੁਰੂ ਸਿਮਰਨ ਕਰਦੇ ਹੋਣਗੇ। ਸਿਮਰਨ ਕਰਨਾ ਹੈ ਲੰਬੀ ਧੁਨ ਬਣਾ ਕੇ, ਜਿਵੇਂ ਘੜਿਆਲ ਵੱਜਦਾ ਨਾ, ਇੱਕ ਲੰਬੀ ਧੁਨ ਨਿਕਲਦੀ ਹੈ, ਉਸ ਧੁਨ ਦੇ ਵਿੱਚ ਧਿਆਨ ਨੂੰ ਜੋੜਨਾ ਹੈ। ਜਿਸ ਦਿਨ ਧਿਆਨ ਜੁੜ ਗਿਆ ਤਾਂ ਜਿਵੇਂ ਕਬੀਰ ਸਾਹਿਬ ਜੀ ਕਹਿੰਦੇ ਨੇ, ਇਹ ਭਗਤ ਨਾਮਦੇਵ ਜੀ ਕਹਿ ਰਹੇ ਨੇ ਕਿ ਨਾਮਦੇਵ ਸ਼ਬਦ ਦੇ ਵਿੱਚ ਸਮਾ ਗਿਆ ਹੈ, ਇਸ ਤਰ੍ਹਾਂ ਫਿਰ ਸਾਡੀ ਵੀ ਅਵਸਥਾ ਬਣ ਜਾਏਗੀ। ਰਹਾਉ ਠਹਿਰਾਓ ਤੋਂ ਬਾਅਦ ਆਪ ਜੀ ਬਖਸ਼ਿਸ਼ ਕਰਦੇ ਹਨ। ਜਹ ਝਿਲ ਮਿਲ ਕਾਰ ਦਿਸੰਤਾ। ਮੇਰਾ ਮਨ ਜਿਹੜਾ ਹਰ ਵਕਤ ਚੰਚਲਤਾਈ ਦੇ ਵਿੱਚ ਰਹਿੰਦਾ ਸੀ, ਮਨ ਟਿਕਦਾ ਨਹੀਂ ਸੀ। ਕਈ ਲੋਕ ਸਾਨੂੰ ਸਵਾਲ ਕਰਦੇ ਨੇ, ਗਿਆਨੀ ਜੀ ਬਾਣੀ ਪੜ੍ਹਦੇ ਹਾਂ ਮਨ ਨਹੀਂ ਟਿਕਦਾ, ਸਿਮਰਨ ਕਰਦੇ ਹਾਂ ਮਨ ਨਹੀਂ ਟਿਕਦਾ, ਸਤਸੰਗ ਕਰਦੇ ਪਏ ਹਾਂ ਮਨ ਨਹੀਂ ਟਿਕਦਾ। ਵੇਖੋ ਮਨ ਦਾ ਟਿਕ ਜਾਣਾ ਤੇ ਪਰਮਾਤਮਾ ਦੀ ਪ੍ਰਾਪਤੀ ਹੈ। ਜੈਸੇ ਇੱਕ ਬੂੰਦ ਪਹਾੜਾਂ ਤੋਂ ਲੈ ਕੇ ਤੇ ਸਮੁੰਦਰ ਤੱਕ ਸਫ਼ਰ ਕਰਦੀ ਹੈ, ਪਰ ਜਿੱਥੋਂ ਤੱਕ ਸਮੁੰਦਰ ਦੀ ਪ੍ਰਾਪਤੀ ਨਹੀਂ ਹੋਈ ਉਹਨੇ ਸਫ਼ਰ ਕਰਨਾ। ਜਿਸ ਦਿਨ ਬੂੰਦ ਸਮੁੰਦਰ ਦੇ ਵਿੱਚ ਮਿਲ ਜਾਂਦੀ ਹੈ ਨਾ, ਉਸ ਦਿਨ ਉਹ ਬੂੰਦ ਟਿਕ ਜਾਂਦੀ ਹੈ। ਕਦੀ ਵੀ ਇਹ ਸ਼ੰਕਾ ਕਰਕੇ ਕਿ ਮਨ ਨਹੀਂ ਟਿਕਦਾ ਤਾਂ ਬਾਣੀ ਛੋੜ ਦਈਏ, ਸਿਮਰਨ ਕਰਨਾ ਛੋੜ ਦਈਏ, ਨਹੀਂ। ਬਾਣੀ ਨੂੰ ਪੜ੍ਹਨਾ ਹੈ, ਵੱਧ ਤੋਂ ਵੱਧ ਪੜ੍ਹਨਾ ਹੈ। ਕਿਸ ਵਾਸਤੇ? ਸਾਡਾ ਮਨ ਟਿਕ ਸਕੇ। ਕਈ ਆਖਦੇ ਨੇ ਮਨ ਤੇ ਟਿਕਦਾ ਨਹੀਂ, ਬਾਣੀ ਕੀ ਪੜ੍ਹੀਏ? ਨਹੀਂ, ਬਾਣੀ ਪੜ੍ਹਨੀ ਹੈ। ਮਸਕੀਨ ਸਾਹਿਬ ਜੀ ਕਿਹਾ ਕਰਦੇ ਸਨ ਕਿ ਭੁਲੇਖਾ ਸਾਡੇ ਵਿੱਚ ਕਿ ਮਨ ਨੂੰ ਟਿਕਾ ਕੇ ਬਾਣੀ ਪੜ੍ਹੋ। ਨਹੀਂ, ਬਾਣੀ ਪੜ੍ਹੋ ਤਾਂ ਕਿ ਸਾਡਾ ਮਨ ਟਿਕ ਸਕੇ। ਜਿਸ ਦਿਨ ਮਨ ਟਿਕਦੇ ਆ ਨਾ,
ਸਮਝ ਲੈਣਾ ਕਿ ਰੱਬ ਦੀ ਪ੍ਰਾਪਤੀ ਹੋ ਗਈ ਹੈ। ਹੁਣ ਨਾਮਦੇਵ ਜੀ ਇੱਥੇ ਆਪਣੀ ਅਵਸਥਾ ਦੱਸਦੇ ਪਏ ਨੇ ਕਿ ਮੇਰਾ ਮਨ ਜੋ ਹਰ ਵਕਤ ਚੰਚਲਤਾਈ ਦੇ ਵਿੱਚ ਰਹਿੰਦਾ ਸੀ, ਟਿਕਦਾ ਨਹੀਂ ਸੀ, ਪਕੜ ਵਿੱਚ ਨਹੀਂ ਆਉਂਦਾ ਸੀ, ਮੈਂ ਬੜੀ ਕੋਸ਼ਿਸ਼ ਕਰਦਾ ਸਾਂ। ਭਗਤ ਕਬੀਰ ਸਾਹਿਬ ਜੀ ਨੇ ਵੀ ਆਖਿਆ ਵੀ 5-25 ਮੋਹਮਦ ਮਦਸਰ ਆਡੀ ਪਰਬਲ ਮਾਇਆ, ਜਨ ਗਰੀਬ ਕੋ ਜੋਰ ਨਾ ਪਹੁੰਚੇ ਕਹਾਂ ਕਰੂੰ ਰਘੁਰਾਇਆ। ਕਬੀਰ ਸਾਹਿਬ ਕਹਿੰਦੇ ਨੇ ਕਿ ਮਨ ਬੜਾ ਚੰਚਲ ਹੈ, 5 ਵਿਕਾਰ ਨੇ, 5 ਵਿਕਾਰਾਂ ਦੇ ਅੱਗੋਂ ਫਿਰ 5 ਉਹਨਾਂ ਦੇ ਸੁਭਾਅ ਨੇ। ਹੇ ਪ੍ਰਮਾਤਮਾ, ਇਸ ਮਨ ਦੇ ਉੱਤੇ ਮੇਰਾ ਜ਼ੋਰ ਨਹੀਂ ਚੱਲਦਾ, ਤੂੰ ਦੱਸ ਮੈਂ ਕੀ ਕਰਾਂ। ਹੁਣ ਭਗਤ ਨਾਮਦੇਵ ਜੀ ਐਸਾ ਕਹਿਣ ਤੇ ਅਸੀਂ ਭਗਤ ਜੀ ਦੇ ਸਾਹਮਣੇ ਕੀ ਹਾਂ? ਭਗਤ ਕਬੀਰ ਸਾਹਿਬ ਐਸਾ ਕਹਿਣ ਤਾਂ ਅਸੀਂ ਉਹਨਾਂ ਦੇ ਸਾਹਮਣੇ ਕੀ ਹਾਂ? ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਹਿੰਦੇ ਨੇ ਕਿ ਸਾਧੋ ਇਹੋ ਮਨ ਗਹਿਓ ਨਾ ਜਾਈ। ਗਹਿਓ ਦੇ ਅਰਥ ਨੇ ਪਕੜ ਵਿੱਚ ਨਹੀਂ ਆਉਂਦਾ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਹਿੰਦੇ ਨੇ ਕਿ ਇਹ ਮਨ ਪਕੜ ਵਿੱਚ ਨਹੀਂ ਆਉਂਦਾ, ਤੇ ਅਸੀਂ ਉਹਨਾਂ ਦੇ ਸਾਹਮਣੇ ਕੀ ਚੀਜ਼ ਹਾਂ? ਬਾਣੀ ਪੜ੍ਹੋ ਤਾਂ ਕਿ ਮਨ ਜੁੜ ਸਕੇ। ਭਗਤ ਜੀ ਆਪਣੀ ਅਵਸਥਾ ਦੱਸ ਰਹੇ ਹਨ ਜੀ। ਜੈ ਝਿਲ ਮਿਲ ਕਾਰ ਦਿਸੰਤਾ। ਹੁਣ ਜਿਹੜਾ ਮਨ ਟਿਕਦਾ ਨਹੀਂ ਸੀ ਉਹ ਹੁਣ ਸ਼ਬਦ ਦੇ ਵਿੱਚ ਸਮਾ ਕੇ ਟਿਕ ਗਿਆ, ਤੇ ਜਦੋਂ ਮਨ ਟਿਕ ਗਿਆ ਨਾ ਤੇ ਹੁਣ ਇਸ ਮਨ ਦੇ ਅੰਦਰ ਫਿਰ ਭਗਤ ਨਾਮਦੇਵ ਜੀ ਕਹਿੰਦੇ ਨੇ ਕਿ ਚਾਨਣਾ ਹੋਣ ਲੱਗ ਪਿਆ ਹੈ। ਤਹ ਅਨਹਦ ਸ਼ਬਦ ਬਜੰਤਾ। ਜਦੋਂ ਮਨ ਟਿਕ ਗਿਆ ਨਾ, ਅਨਹਦ ਜਿਸ ਦੀ ਕੋਈ ਹੱਦ ਨਹੀਂ ਹੈ, ਜੋ ਸ਼ਬਦ ਅਨਹਦ ਸ਼ਬਦ ਜੋ ਪ੍ਰਮਾਤਮਾ ਦਾ ਸ਼ਬਦ ਹੈ, ਪ੍ਰਮਾਤਮਾ ਦਾ ਕੋਈ ਅੰਤ ਨਹੀਂ ਤੇ ਉਹਦੇ ਸ਼ਬਦ ਦਾ ਵੀ ਕੋਈ ਅੰਤ ਨਹੀਂ ਹੈ। ਉਹ ਆਦਿ ਕਾਲ ਤੋਂ ਲੈ ਕੇ ਅੱਜ ਤੱਕ ਤੇ ਅੱਜ ਤੋਂ ਲੈ ਕੇ ਅੱਗੇ ਜਿਤਨਾ ਸਮਾਂ ਆਉਣਾ ਹੈ, ਉਸ ਪ੍ਰਮਾਤਮਾ ਦਾ ਸ਼ਬਦ ਚੱਲਦਾ ਪਿਆ ਤੇ ਚੱਲਦਾ ਰਹੇਗਾ। ਉਹ ਕਦੀ ਖਤਮ ਨਹੀਂ ਹੁੰਦਾ ਹੈ। ਇਸ ਵਾਸਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਕੋਈ ਨਾ ਜਾਣੇ ਤੇਰਾ ਕੇਤਾ ਕੇਵੜ ਚੀਰਾ। ਉਸ ਪ੍ਰਮਾਤਮਾ ਦਾ ਕੋਈ ਅੰਤ ਨਹੀਂ ਹੈ, ਉਹਦੇ ਸ਼ਬਦ ਦਾ ਵੀ ਕੋਈ ਅੰਤ ਨਹੀਂ। ਅਨਹਦ ਨਾਦ, ਜਿਹਦੀ ਕੋਈ ਹੱਦ ਨਹੀਂ ਹੈ। ਭਗਤ ਨਾਮਦੇਵ ਜੀ ਕਹਿੰਦੇ ਨੇ ਕਿ ਜਦੋਂ ਮੇਰਾ ਮਨ ਟਿਕ ਗਿਆ ਨਾ, ਅੰਦਰ ਪ੍ਰਕਾਸ਼ ਹੋ ਗਿਆ, ਤੇ ਉਸ ਪ੍ਰਮਾਤਮਾ ਦਾ ਜੋ ਅਨਾਹਦ ਨਾਦ ਹੈ ਉਹ ਮੇਰੇ ਅੰਦਰ ਫਿਰ ਵੱਜਣ ਲੱਗ ਪਿਆ ਹੈ ਜੀ। ਜੋਤੀ ਜੋਤ ਸਮਾਨੀ। ਜਦੋਂ ਸ਼ਬਦ ਵੱਜਣ ਲੱਗ ਪਿਆ, ਸੁਰਤ ਜੁੜ ਗਈ, ਪ੍ਰਕਾਸ਼ ਹੋ ਗਿਆ, ਤਾਂ ਫਿਰ ਨਾਮਦੇਵ ਜੀ ਕਹਿੰਦੇ ਨੇ ਜਿਹੜੀ ਆਤਮਕ ਜੋਤ ਸੀ ਨਾ, ਉਹ ਜੋਤ ਦੇ ਵਿੱਚ ਸਮਾ ਗਈ ਹੈ। ਕਿਵੇਂ ਸਮਾ ਗਈ? ਸੂਰਜ ਕਿਰਨ ਮਿਲੇ, ਜਲ ਕਾ ਜਲ ਹੁਆ ਰਾਮ, ज्योति ज्योत रली संपूर्ण थिया राम। अब तो जाए चढ़े सिंहासन, मिले हैं सारंग पानी। राम कबीरा एक पए है, कोई न सके पछाने। हुण कोई पहचान नहीं सकता कबीर केड़ा ते राम केड़ा है, नामदेव केड़ा ते सदना सैन केड़ा है। क्यों? जोत दे विच जोत रल गई है जी। मैं गुर प्रसादी जानी। ਹੁਣ ਭਗਤ ਨਾਮਦੇਵ ਜੀ ਕਹਿੰਦੇ ਨੇ ਕਿ ਇਹ ਅਵਸਥਾ ਮੈਨੂੰ ਪ੍ਰਾਪਤ ਕਿਵੇਂ ਹੋਈ ਹੈ? ਗੁਰ ਪ੍ਰਸਾਦੀ ਜਾਣੀ, ਗੁਰੂ ਨੇ ਕਿਰਪਾ ਕੀਤੀ ਹੈ ਤਾਂ ਮੈਨੂੰ ਇਹ ਪ੍ਰਾਪਤ ਹੋਇਆ ਹੈ। ਇਸ ਵਾਸਤੇ ਕਹਿੰਦੇ ਨੇ ਕਿ ਅੰਮ੍ਰਿਤ ਛਕਣਾ ਬਹੁਤ ਜ਼ਰੂਰੀ ਹੈ। ਜਿੱਥੋਂ ਤੱਕ ਗੁਰੂ ਵਾਲੇ ਨਹੀਂ ਬਣੋਗੇ, ਗੁਰੂ ਦੀ ਕਿਰਪਾ ਨਹੀਂ ਹੋਣੀ ਹੈ। ਜਿੱਥੋਂ ਤੱਕ ਗੁਰੂ ਦੀ ਕਿਰਪਾ ਨਹੀਂ ਹੋਣੀ ਹੈ, ਮਨ ਟਿਕੇਗਾ ਨਹੀਂ। ਮਨ ਟਿਕਣਾ ਨਹੀਂ ਹੈ, ਅੰਦਰ ਚਾਨਣਾ ਨਹੀਂ ਹੋਣਾ। ਅੰਦਰ ਚਾਨਣਾ ਨਹੀਂ ਹੋਣਾ ਤੇ ਜੋਤ ਦੇ ਵਿੱਚ ਜੋਤ ਨਹੀਂ ਸਮਾਣੀ। ਤੇ ਜੋਤ ਵਿੱਚ ਜੋਤ ਨਾ ਸਮਾਈ ਤਾਂ ਮਹਾਰਾਜ ਕਹਿੰਦੇ ਨੇ ਜਮ ਜਮ ਮਰੇ, ਮਰੇ ਫਿਰ ਜੰਮੇ, ਬਹੁਤ ਸਜਾਏ ਪਿਆਂ ਦੇਸ਼ ਲੰਮੇ। ਕਿਸੇ ਵਕਤ ਤੁਹਾਨੂੰ ਸਰਵਨ ਕਰਾਵਾਂਗਾ। ਅਸੀਂ ਜਿਹੜੇ ਹੱਥ ਜੋੜਦੇ ਆ ਨਾ, ਇਹਦੇ ਪਿੱਛੇ ਬੜਾ ਵੱਡਾ ਕਾਰਨ ਹੈ, ਇੱਕ ਬਹੁਤ ਵੱਡਾ ਕਾਰਨ। ਕੀ ਕਾਰਨ ਹੈ? ਅਸੀਂ ਦੋਨਾਂ ਹੱਥਾਂ ਨੂੰ ਜੋੜ ਕੇ ਬੇਨਤੀ ਕਰਦੇ ਹਾਂ ਵੀ ਹੇ ਪ੍ਰਮਾਤਮਾ ਕਿਰਪਾ ਕਰ,
ਤੂੰ ਤੇ ਮੈਂ ਅਸੀਂ ਦੋਵੇਂ ਇੱਕ ਹੋ ਜਾਈਏ, ਜਿਵੇਂ ਮੈਂ ਦੋ ਹੱਥਾਂ ਨੂੰ ਜੋੜ ਕੇ ਇੱਕ ਕੀਤਾ ਹੈ। ਤੇ ਇੱਕ ਗੁਰੂ ਦੀ ਬਖਸ਼ਿਸ਼ ਦੁਆਰਾ ਪ੍ਰਾਪਤ ਹੁੰਦਾ ਹੈ ਜੀ। ਰਤਨ ਕਮਲ ਕੋਠਰੀ। ਇਹ ਜਿਹੜਾ ਸਾਡਾ ਸਰੀਰ ਹੈ ਨਾ, ਇਹਨੂੰ ਕਿਧਰੇ ਐਵੇਂ ਨਾ ਸਮਝ ਲੈਣਾ। ਇਹਦੇ ਅੰਦਰ ਰਤਨ ਭਰੇ ਪਏ ਹਨ, ਰਤਨਾਂ ਦੀ ਕੋਠੜੀ ਹੈ। ਔਰ ਕਮਲ ਵਰਗਾ ਇਹ ਕੋਮਲ ਹੈ। ਇਹ ਰਤਨ ਅਗਰ ਅੰਦਰ ਪਏ ਨੇ ਤਾਂ ਫਿਰ ਪ੍ਰਾਪਤੀ ਕਿਵੇਂ ਹੋਵੇਗੀ? ਜਿਵੇਂ ਕਿਸੇ ਕੋਠੜੀ ਦੇ ਵਿੱਚ, ਕਿਸੇ ਕਮਰੇ ਦੇ ਅੰਦਰ ਬੜੇ ਕੀਮਤੀ ਸਮਾਨ ਪਏ ਹੋਣ, ਹੀਰੇ ਮੋਤੀ ਸੋਨਾ ਚਾਂਦੀ ਔਰ ਦੁਨੀਆ ਦੀਆਂ ਕੀਮਤੀ ਵਸਤੂਆਂ ਪਈਆਂ ਹੋਣ, ਪਰ ਜੇ ਅੰਦਰ ਅੰਧੇਰਾ ਹੋਵੇ ਨਾ ਤਾਂ ਫਿਰ ਕੁਛ ਵੀ ਦਿਖਾਈ ਨਹੀਂ ਦਿੰਦਾ ਵੇ। ਵਸਤੂਆਂ ਸਭ ਸਾਡੇ ਅੰਦਰ ਪਈਆਂ ਨੇ। ਇਹ ਸਰੀਰ ਸਾਡਾ ਰਤਨਾਂ ਦੀ ਕੋਠੜੀ ਹੈ, ਪਰ ਇਸ ਨੇ ਪ੍ਰਾਪਤ ਕਿਵੇਂ ਹੋਣਾ ਹੈ? ਜਿਸ ਦਿਨ ਅਸੀਂ ਆਪਣੇ ਅੰਦਰ ਸ਼ਬਦ ਦੀ ਜੋਤ ਜਗਾ ਲਵਾਂਗੇ ਨਾ, ਉਹ ਸਾਰੇ ਰਤਨ ਸਾਡੇ ਸਾਹਮਣੇ ਪ੍ਰਗਟ ਹੋ ਜਾਣੇ ਹਨ। ਸਾਰੇ ਸ਼ਬਦ, ਸਤਿਗੁਰ ਸ਼ਬਦ ਉਜਾਰੋ ਦੀਪਾ, ਬਿਨਸਿਓ ਅੰਧਕਾਰ ਤੇ ਮੰਦਰ, ਰਤਨ ਕੋਠੜੀ ਖੁੱਲੀ ਅਨੂਪਾ। ਮਹਾਰਾਜ ਕਹਿੰਦੇ ਨੇ ਸ਼ਬਦ ਦੀ ਜੋਤ ਜਗਾ। ਹੁਣ ਦੀਵਾਲੀ ਆ ਜਾਣੀ ਹੈ 2-2.5 ਮਹੀਨੇ ਬਾਅਦ, ਲੋਕੀ ਦੀਵੇ ਜਗਾਉਂਦੇ ਨੇ। ਮਹਾਰਾਜ ਕਹਿੰਦੇ ਨੇ ਇਹਨਾਂ ਦੀਵਿਆਂ ਨਾਲ ਗੱਲ ਨਹੀਂ ਬਣਨੀ, ਆਪਣੇ ਹਿਰਦੇ ਦੇ ਵਿੱਚ ਦੀਵਾ ਜਗਾ, ਕਿ ਉਹ ਜੋ ਪਰਮਾਤਮਾ ਹੈ ਉਹ ਤੇਰੇ ਸਾਹਮਣੇ ਪ੍ਰਗਟ ਹੋ ਸਕੇ। ਚਮਕਾਰ ਬਿਜਲ ਤਹੀ। ਹੁਣ ਅੰਦਰ ਜਦੋਂ ਪਰਮਾਤਮਾ ਦਾ ਚਾਨਣਾ ਹੋ ਗਿਆ, ਇੰਜ ਲੱਗਦਾ ਜਿਵੇਂ ਬਿਜਲੀ ਦਾ ਚਾਨਣਾ ਹੁੰਦਾ ਨਾ, ਇਤਨਾ ਪ੍ਰਕਾਸ਼ ਭਗਤ ਨਾਮਦੇਵ ਜੀ ਕਹਿੰਦੇ ਨੇ ਹੁਣ ਅੰਦਰ ਹੋ ਗਿਆ ਹੈ। ਮੇਰਾ ਨਾਹੀ ਦੂਰ। ਜਦੋਂ ਪ੍ਰਕਾਸ਼ ਹੋ ਗਿਆ ਨਾ ਤਾਂ ਭਗਤ ਨਾਮਦੇਵ ਜੀ ਹੱਸ ਪਏ। ਕਹਿੰਦੇ ਨੇ ਇਹ ਤੇ ਕਮਾਲ ਹੋ ਗਈ ਹੈ, ਨੇੜੇ ਨਾਹੀ ਦੂਰ। ਮੈਂ ਰੱਬ ਨੂੰ ਬੜਾ ਦੂਰ ਸਮਝਦਾ ਪਿਆ ਸਾਂ, ਉਹ ਰੱਬ ਤੇ ਮੇਰੇ ਬਿਲਕੁਲ ਨੇੜੇ ਦਾ ਨੇੜੇ ਹੀ ਹੈ। ਪਤਾ ਤੇ ਤਾਂ ਹੀ ਲੱਗਦਾ ਨਾ ਜਿਵੇਂ ਅੰਧੇਰੇ 'ਚ ਬੈਠੇ ਹੋਈਏ, ਬਿਜਲੀ ਚਲੀ ਜਾਏ, ਸਾਨੂੰ ਨਹੀਂ ਪਤਾ ਲੱਗਦਾ ਕੌਣ ਸਾਡੇ ਕੋਲ ਹੈ ਤੇ ਕੌਣ ਸਾਥੋਂ ਦੂਰ ਹੈ। ਚਾਨਣੇ ਤੇ ਹੀ ਪਤਾ ਲੱਗਦਾ ਨਾ। ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਗਾਵੇ ਕੋ ਜਾਪੇ ਦਿਸੇ ਦੂਰ, ਗਾਵੇ ਕੋ ਵੇਖੇ ਹਾਦਰਾ ਹਦੂਰ। ਕੋਈ ਰੱਬ ਨੂੰ ਇਸ ਤਰ੍ਹਾਂ ਗਾ ਰਿਹਾ ਕਿ ਉਹ ਰੱਬ ਬੜੀ ਦੂਰ ਹੈ, ਤੇ ਕੋਈ ਰੱਬ ਨੂੰ ਇਸ ਤਰ੍ਹਾਂ ਗਾਉਂਦਾ ਪਿਆ ਕਿ ਉਹ ਤੇ ਬੜੀ ਨੇੜੇ ਹੈ ਮੇਰੇ। ਬਾਬਾ ਫਰੀਦ ਕਹਿੰਦੇ ਨੇ, ਫਰੀਦਾ ਗਲੀਏ ਚਿੱਕੜ ਦੂਰ ਕਰ, ਨਾਲ ਪਿਆਰੇ ਨੇਹੋ, ਚੱਲਾਂ ਤਾਂ ਭਿੱਜੇ ਕਮਲੀ, ਰਾਹਾਂ ਤਾਂ ਟੁੱਟੇ ਨੇਹੋ। ਬਾਬਾ ਫਰੀਦ ਕਹਿੰਦੇ ਨੇ ਵੀ ਹੇ ਖੁਦਾ, ਹੇ ਰੱਬਾ, ਤੂੰ ਇਤਨਾ ਦੂਰ, ਇੱਕ ਤੇ ਤੇਰਾ ਘਰ ਬੜੀ ਦੂਰ ਹੈ, ਤੇ ਦੂਸਰਾ ਜਿਨ੍ਹਾਂ ਗਲੀਆਂ ਦੇ ਵਿੱਚੋਂ ਲੰਘ ਕੇ ਮੈਂ ਤੇਰੇ ਤੱਕ ਪਹੁੰਚਣਾ ਨਾ, ਉਹਨਾਂ ਗਲੀਆਂ ਦੇ ਵਿੱਚ ਚਿੱਕੜ ਬੜਾ ਹੈ, ਤੂੰ ਦੂਰ ਬੜੀ ਹੈ ਪ੍ਰਮਾਤਮਾ। ਜੇ ਮੈਂ ਨਾ ਚੱਲਾਂ ਤਾਂ ਮੇਰਾ ਪ੍ਰੇਮ ਟੁੱਟ ਜਾਂਦਾ ਹੈ, ਜੇ ਚੱਲਾਂ ਤਾਂ ਮੇਰੀ ਕਮਲੀ ਭਿੱਜ ਜਾਂਦੀ ਹੈ। ਹੇ ਖੁਦਾ ਤੂੰ ਦੱਸ ਮੈਂ ਕੀ ਕਰਾਂ। ਹੁਣ ਭਗਤ ਰਵਿਦਾਸ ਜੀ ਨੂੰ ਸੁਣ ਲਵੋ। ਕਹਿ ਰਵਿਦਾਸ ਹਾਥ ਪੇ ਨੇਰੇ, ਸਹਜੇ ਹੋਏ ਸੋ ਹੋਈ। ਬਾਬਾ ਫਰੀਦ ਕਹਿੰਦੇ ਨੇ ਖੁਦਾ ਬੜੀ ਦੂਰ ਹੈ। ਭਗਤ ਰਵਿਦਾਸ ਜੀ ਕਹਿੰਦੇ ਨੇ ਮੇਰਾ ਹੱਥ ਵੀ ਮੇਰੇ ਸਰੀਰ ਤੋਂ ਬੜੀ ਦੂਰ ਨਿਕਲ ਜਾਂਦਾ ਹੈ, ਉਹ ਪਰਮਾਤਮਾ ਤਾਂ ਮੇਰੇ ਅੰਦਰ ਹੀ ਵਸਿਆ ਹੋਇਆ ਹੈ, ਉਹ ਤਾਂ ਇਤਨੀ ਨੇੜੇ ਹੈ। ਸਾਡਾ ਹੱਥ ਵੀ ਦੂਰ ਚਲਾ ਜਾਂਦਾ ਹੈ। ਚਲੋ ਇੱਕ ਚੁਟਕਲਾ ਤੁਹਾਨੂੰ ਸੁਣਾਉਣਾ ਮੈਂ, ਹੈ ਚੁਟਕਲਾ ਪਰ ਉਹਦੇ ਵਿੱਚ ਗਿਆਨ ਬਹੁਤ ਹੈ। ਕਹਿੰਦੇ ਨੇ ਇੱਕ ਦਿਨ ਰੱਬ ਜਿਹੜਾ ਹੈ ਨਾ, ਉਹ ਬੜਾ ਉਦਾਸ ਬੈਠਾ ਹੋਇਆ ਹੈ, ਤੇ ਜਿਹੜੇ ਰੱਬ ਦੇ ਆਸ-ਪਾਸ ਸਨ ਦੇਵਤੇ ਜਾਂ ਹੋਰ ਗੁਰਮੁਖ ਰੂਹਾਂ, ਉਹਨਾਂ ਨੇ ਪੁੱਛਿਆ ਵੀ ਰੱਬਾ ਤੂੰ ਬੜਾ ਉਦਾਸ ਬੈਠਾ, ਗੱਲ ਕੀ ਹੈ ਸਾਨੂੰ ਦੱਸ। ਹਾਲਾਂਕਿ ਰੱਬ ਕਦੀ ਉਦਾਸ ਨਹੀਂ ਹੁੰਦਾ, ਪਰ ਉਹਨੇ ਗੱਲ ਬਣਾਈ ਹੈ। ਰੱਬ ਨੂੰ ਪੁੱਛਿਆ ਵੀ ਗੱਲ ਕੀ ਹੈ, ਤੂੰ ਬੜਾ ਉਦਾਸ ਬੈਠਾ ਹੈ, ਤੇ ਰੱਬ ਕਹਿੰਦਾ ਵੀ ਜਣਾ ਖਣਾ ਮੇਰੇ ਤੱਕ ਪਹੁੰਚ ਜਾਂਦਾ ਹੈ, ਮੈਂ ਬੜਾ ਪਰੇਸ਼ਾਨ ਹਾਂ, ਮੈਨੂੰ ਕੋਈ ਐਸੀ ਜਗ੍ਹਾ ਚਾਹੀਦੀ ਹੈ ਜਿੱਥੇ ਮੈਂ ਛੁਪ ਜਾਵਾਂ ਤੇ ਕੋਈ ਮੇਰੇ ਤੱਕ ਨਾ ਪਹੁੰਚੇ। ਉਹਨਾਂ ਦੇਵਤਿਆਂ ਨੇ ਆਖਿਆ ਵੀ ਤੁਸੀਂ ਪਾਤਾਲ ਵਿੱਚ ਚਲੇ ਜਾਓ। ਰੱਬ ਨੇ ਆਖਿਆ ਬੰਦਾ ਬੜਾ ਚਾਲਾਕ ਹੈ, ਇਹਨੇ ਉੱਥੇ ਵੀ ਪਹੁੰਚ ਜਾਣਾ।
ਉਹਨਾਂ ਆਖਿਆ ਤੁਸੀਂ ਫਿਰ ਕੈਲਾਸ਼ ਪਰਬਤ ਤੇ ਚਲੇ ਜਾਓ, ਬੜਾ ਉੱਚਾ ਹੈ, ਉੱਥੇ ਕੋਈ ਨਹੀਂ ਪਹੁੰਚੇਗਾ ਤੁਹਾਡੇ ਤੱਕ। ਇਸ ਤਰ੍ਹਾਂ ਕੁਝ ਹੋਰ ਗੱਲਾਂ ਦੇਵਤਿਆਂ ਨੇ ਦੱਸੀਆਂ ਤੇ ਰੱਬ ਇੱਕਦਮ ਹੱਸ ਪਿਆ, ਬੜਾ ਹੱਸਿਆ ਰੱਬ। ਤੇ ਪੁੱਛਿਆ ਵੀ ਮਹਾਰਾਜ ਦੱਸੋ ਤੇ ਕਈ ਗੱਲ ਕੀ ਹੈ, ਕੋਈ ਜਗ੍ਹਾ ਲੱਭ ਪਈ ਹੈ ਤੁਹਾਨੂੰ? ਰੱਬ ਕਹਿੰਦਾ ਮੈਨੂੰ ਇੱਕ ਐਸੀ ਜਗ੍ਹਾ ਲੱਭੀ ਹੈ ਜਿੱਥੇ ਬੰਦੇ ਦੀ ਪਹੁੰਚ ਨਹੀਂ ਹੋ ਸਕਦੀ ਹੈ। ਤੇ ਪੁੱਛਿਆ ਕਿਹੜੀ ਜਗ੍ਹਾ ਹੈ? ਰੱਬ ਕਹਿੰਦਾ ਮੈਂ ਬੰਦੇ ਦੇ ਅੰਦਰ ਹੀ ਵੜ ਜਾਣਾ ਹੈ, ਇਹਨੇ ਮੈਨੂੰ ਬਾਹਰ ਲੱਭਦਾ ਰਹਿਣਾ ਹੈ ਤੇ ਮੈਂ ਅੰਦਰ ਬੈਠਾ ਰਹਿਣਾ ਮੈਂ ਸਾਡੇ। ਬਸ ਇਹੀ ਹੈ, ਅਸੀਂ ਰੱਬ ਨੂੰ ਬਾਹਰ ਲੱਭਦੇ ਪਏ ਹਾਂ। ਭਗਤ ਨਾਮਦੇਵ ਜੀ ਕਹਿੰਦੇ ਨੇ ਅੰਦਰ ਚਾਨਣਾ ਕਰ ਲੈ, ਰੱਬ ਕਿਧਰੇ ਹੋਰ ਨਹੀਂ ਹੈ, ਬਾਹਰ ਟੋਲੇ ਸੋ ਭਰਮ ਭੁਲਾਹੀ। ਰੱਬ ਸਾਡੇ ਅੰਦਰ ਹੀ ਬੈਠਾ ਹੋਇਆ ਵੇ, ਉਹ ਕਿਧਰੇ ਦੂਰ ਨਹੀਂ। ਪਰ ਪਤਾ ਕਦੋਂ ਲੱਗਦਾ ਹੈ? ਜਦੋਂ ਸਾਡੀ ਸੁਰਤ ਦੇ ਵਿੱਚ, ਮਨ ਵਿੱਚ ਚਾਨਣਾ ਹੋ ਜਾਂਦਾ ਹੈ। ਭਗਤ ਨਾਮਦੇਵ ਜੀ ਕਹਿੰਦੇ ਨੇ ਨੇੜੇ ਨਾਹੀਂ ਦੂਰ, ਨਿਜ ਆਤਮਾ ਰਹਿਆ ਭਰਪੂਰ। ਮੇਰੇ ਸਰੀਰ ਦੇ ਵਿੱਚ, ਅੰਦਰ ਆਤਮਾ ਦੇ ਵਿੱਚ ਉਹ ਪਰਮਾਤਮਾ, ਪਰਿਪੂਰਨ ਪਰਮਾਤਮਾ ਭਰਪੂਰ ਹੈ। ਸਰੀਰ ਦਾ ਕੋਈ ਅੰਗ ਜਾਂ ਸੰਸਾਰ ਦੀ ਕੋਈ ਜਗ੍ਹਾ ਐਸੀ ਨਹੀਂ ਹੈ ਜਿੱਥੇ ਉਹ ਪਰਮਾਤਮਾ ਨਹੀਂ ਹੈ ਜੀ। ਜਹ ਅਨਹਤ ਸੂਰ ਉਜਿਆਰਾ, ਹੱਦ ਤੋਂ ਬਿਨਾਂ ਸੂਰਜ ਵਰਗਾ ਭਗਤ ਨਾਮਦੇਵ ਜੀ ਕਹਿੰਦੇ ਨੇ ਚਾਨਣਾ ਹੋ ਗਿਆ ਹੈ। ਹਾਲਾਂਕਿ ਲੱਖਾਂ ਕਰੋੜਾਂ ਸੂਰਜ ਮਿਲ ਕੇ ਵੀ ਉਸ ਪਰਿਪੂਰਨ ਪਰਮਾਤਮਾ ਦੇ ਪ੍ਰਕਾਸ਼ ਦਾ ਮੁਕਾਬਲਾ ਨਹੀਂ ਕਰ ਸਕਦੇ ਹਨ ਜੀ। ਤਹ ਦੀਪਕ ਜਲਾ ਸੰਸਾਰਾ, ਫਿਰ ਪੜੋ। ਤਹ ਦੀਪਕ ਜਲਾ ਸੰਸਾਰਾ। ਇਹ ਸੰਸਾਰ ਜਾਂ ਮੇਰਾ ਹਿਰਦਾ ਪਹਿਲੇ ਦੀਵੇ ਦੀ ਤਰ੍ਹਾਂ ਬਹੁਤ ਥੋੜਾ ਜਗਦਾ ਸੀ, ਪਰ ਜਦੋਂ ਗੁਰੂ ਨੇ ਕਿਰਪਾ ਕੀਤੀ ਨਾ, ਕਰੋੜਾਂ ਸੂਰਜਾਂ ਵਰਗਾ ਅੰਦਰ ਚਾਨਣਾ ਹੋ ਗਿਆ ਹੈ ਜੀ। ਗੁਰ ਪ੍ਰਸਾਦੀ ਜਾਣਿਆ, ਇਹ ਅਵਸਥਾ, ਇਹ ਚਾਨਣਾ, ਇਹ ਮਨ ਦਾ ਟਿਕ ਜਾਣਾ, ਜੋਤ ਵਿੱਚ ਜੋਤ ਸਮਾ ਜਾਣੀ, ਇਹ ਪ੍ਰਾਪਤੀ ਕਿੱਥੋਂ ਹੋਈ ਹੈ? ਜਦੋਂ ਗੁਰੂ ਨੇ ਮੇਰੇ ਉੱਤੇ ਕਿਰਪਾ ਕੀਤੀ ਹੈ ਜੀ। ਜਨ ਨਾਮਾ ਸਹਜ ਸਮਾਨਿਆ, ਨਾਮ ਜਨ ਦਾਸ ਨੂੰ ਕਹਿੰਦੇ ਨੇ। ਦਾਸ ਨਾਮਾ ਉਸ ਪਰਿਪੂਰਨ ਪਰਮਾਤਮਾ ਦੀ ਕਿਰਪਾ ਦਾ ਸਦਕਾ ਸਹਿਜ ਅਵਸਥਾ ਦੇ ਵਿੱਚ ਸਮਾ ਗਿਆ ਹੈ, ਸਹਿਜ ਅਵਸਥਾ ਦੀ ਪ੍ਰਾਪਤੀ ਹੋ ਗਈ, ਮਨ ਟਿਕ ਗਿਆ ਹੈ। ਸਤਿਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ। ਸਾਡੇ ਜੀਵਨ ਦਾ ਮਨੋਰਥ ਇੱਕ ਪਰਮਾਤਮਾ ਹੈ। ਜਿੱਥੋਂ ਤੱਕ ਅਸੀਂ ਪਰਮਾਤਮਾ ਤੱਕ ਪਹੁੰਚ ਨਹੀਂ ਜਾਂਦੇ ਹਾਂ, ਇਹ ਜੰਮਣਾ ਤੇ ਮਰਨਾ ਸਾਡਾ ਇਹ ਚੱਲਦਾ ਹੀ ਰਹਿਣਾ ਹੈ। ਗੁਰੂ ਵਾਲੇ ਬਣ ਜਾਵਾਂਗੇ, ਨਿਤਨੇਮੀ ਹੋ ਜਾਵਾਂਗੇ, ਸਿਮਰਨ ਬੰਦਗੀ ਕਰਨ ਲੱਗ ਪਵਾਂਗੇ, ਚੰਗੇ ਕਰਮ ਕਰਨ ਲੱਗ ਪਵਾਂਗੇ। ਉਮੀਦ ਕੀਤੀ ਜਾ ਸਕਦੀ ਹੈ ਕਿ ਇੱਕ ਦਿਨ ਸਾਨੂੰ ਰੱਬ ਦੀ ਪ੍ਰਾਪਤੀ ਹੋ ਜਾਏਗੀ। ਜਿਵੇਂ ਕੋਈ ਬੰਦਾ ਚੱਲਦਾ ਹੈ ਨਾ ਤੇ ਮੰਜ਼ਿਲ ਤੱਕ ਪਹੁੰਚ ਜਾਂਦਾ ਹੈ, ਪਰ ਜਿਹੜਾ ਚੱਲਿਆ ਹੀ ਨਹੀਂ ਹੈ ਤਾਂ ਉਹਨੇ ਪਹੁੰਚਣਾ ਕਿੱਥੋਂ ਹੈ? ਇਸ ਵਾਸਤੇ ਅੰਮ੍ਰਿਤ ਛਕੋ, ਸਿੰਘ ਸਜੋ, ਗੁਰੂ ਵਾਲੇ ਬਣੋ, ਤਾਂ ਕਿ ਪੰਥ ਦੀ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ, ਸਾਡੀ ਸਾਰਿਆਂ ਦੀ ਚੜ੍ਹਦੀ ਕਲਾ ਹੋ ਸਕੇ ਤੇ ਉਸ ਸਹਿਜ ਦੀ ਸਾਨੂੰ ਪ੍ਰਾਪਤੀ ਹੋ ਸਕੇ। ਸ਼ਬਦ ਦੀ ਵਿਚਾਰ ਕਰਦਿਆਂ ਅਨੇਕਾਂ ਹੀ ਪ੍ਰਕਾਰ ਦੀਆਂ ਪੁੱਲਾਂ ਚੁੱਕਾਂ ਹੋ ਜਾਂਦੀਆਂ ਹਨ। ਸੰਗਤ ਗੁਰੂ ਬਖਸ਼ਣ ਯੋਗ ਹੈ, ਬਖਸ਼ ਲੈਣਾ। ਅਰਦਾਸ ਕਰਨਾ ਸ਼ਬਦ ਦੀ ਵਿਚਾਰ ਮੇਰੇ ਵੀ ਹਿਰਦੇ ਦੇ ਵਿੱਚ ਵਸੇ, ਤੁਹਾਡੇ ਨਾਲ ਨਾਲ ਮੈਨੂੰ ਵੀ ਉਸ ਅਵਸਥਾ ਦੀ ਪ੍ਰਾਪਤੀ ਹੋਵੇ। ਬਹੁਤ ਬਹੁਤ ਧੰਨਵਾਦ ਸਿੰਘ ਸਾਹਿਬ ਜੀ ਦਾ, ਜਥੇਦਾਰ ਜੀ ਦਾ, ਔਰ ਸਮੂਹ ਗ੍ਰੰਥੀ ਸੱਜਣਾ ਦਾ, ਪ੍ਰਬੰਧਕ ਸੱਜਣਾ ਦਾ, ਜਿਨ੍ਹਾਂ ਨੇ 10ਵੇਂ ਪਾਤਸ਼ਾਹ ਦੇ ਚਰਨਾਂ ਵਿੱਚ ਬਹਿਣ ਦਾ ਦਾਸ ਨੂੰ ਸੁਭਾਗ ਬਖਸ਼ਿਸ਼ ਕੀਤਾ ਹੈ। ਇਹ ਇੱਕ ਜ਼ਰਰਾ ਨਵਾਜੀ ਹੈ ਗੁਰੂ ਪਾਤਸ਼ਾਹ ਦੀ ਤੇ ਗੁਰੂ ਕੇ ਸਿੱਖਾਂ ਦੀ। ਸਤਿਗੁਰੂ ਮਿਹਰ ਕਰਨ। ਆਓ ਆਖਰੀ ਪੰਕਤੀਆਂ ਦਾ ਪਾਠ ਆਪਾਂ ਸਰਵਨ ਕਰੀਏ, ਉਪਰੰਤ ਫਿਰ ਸਮਾਪਤੀ ਹੈ ਜੀ। ਗੁਰ ਪ੍ਰਸਾਦੀ ਜਾਣਿਆ, ਜਨ ਨਾਮਾ ਸਹਜ ਸਮਾਨਿਆ। ਵਾਹਿਗੁਰੂ ਜੀ ਕਾ ਖਾਲਸਾ,